इन्हां पवित्र बचनां अंदर कबीर जी साडे अंदर पसरे होए अनेक प्रकार दे भरम जाल दा खंडन कर रहे हैं। ते जिस दलदल विच इंसान फसिया होया है ते यात्रा करनी तां दूर, जो कदम उठाउंदा है होर गहरे चिक्कड़ विच तुरिया जांदा है। उस विचों कढण लई उपदेश दी बरखा कर रहे हैं। भगत जी फरमाउंदे ने, कबीर है गए बाहन सघन घन, लाख तजा फहराहे, या सुख ते भिख्या भली, जो हर सिमरत दिन जाहे। साधारण तौर ते अर्थ बन गए कि घोड़े, हाथी ते होर अनेक सवारियां बंदे दे पास होण ते उस दे महलों उत्ते एक दो चार नहीं लखां झंडे झूलदे होण। झंडा झूलना भी एक बड़ा वड्डा इशारा है, क्योंकि झंडा झूलदा ही डंडे दे सिर ते। झंडा भी उसे दा उच्चा है जिस दा डंडा उच्चा है। ये केवल मजाक दी गल नहीं, एक अटल सच्चाई है। हर मनुख चाहुंदा है मेरा झंडा उच्चा झूले। समाज विच क्योंकि दुनियावी धन दी, दुनियावी बल दी महानता नूं मन्निया जांदा है। इस लई एक प्राचीन समय तो परंपरा रही, वड्डे वड्डे धनवान किन्ने लखां पति ने उन्ने झंडे अपने महल ते मुनारियां ते खड़े कर दिंदे, चुबारियां ते ला दिंदे। खबर सी ये आदमी मामूली नहीं, धनवान है। ते दूजी गल भी उन्नी ही जरूरी सी कि झंडे पिछे डंडा, इसकी शक्ति भी है। मेरा झंडा नीवा नहीं होना चाहिए, उच्चा होवे। अज भी मनुख अंदर दौड़ है, कबीलियां विच दौड़ है, मुल्कां विच दौड़ है। साधारण अर्थ बन गए कि कबीर साहिब शायद धन दी, महलां दी, झंडियां दी, डंडा भाव शक्ति दी विरोधता कर रहे हैं ते कह रहे ने इस नालों भिखिया चंगी है। जे भीख मंग के गुजारा करना पवे, नाल हरी हरी जपदा रहे मनुख, तां ओह आदमी चंगा है। इस सलोक नूं बहुत ध्यान नाल विचारन दी जरूरत है, क्योंकि वेलड़ बंदे बहुत उच्चे ख्यालां दा भी गलत इस्तेमाल कर लेंदे ने। काम करन दी जरूरत नहीं, मैं झंडे खड़े करके लेना की है, ना सही महल माड़ियां की करनियां ने। पर एक मौज तो है कि काम करन दी कोई जरूरत ही नहीं, वेले रहो, मंग के खाओ, ते जिस दरवाजे ते जाना है उत्थे उस समाज दे मजहब मुताबिक रब दा नां लै दिओ। कोई राधे श्याम कहे, कोई सतनाम जी वाहिगुरु जी कह के मंग लियावे, कोई इस्लाम दी बोली बोल लवे, इस नाल कोई फर्क पैण वाला नहीं।
ਕਬੀਰ ਜੀ ਐਸਾ ਉਪਦੇਸ਼ ਬਿਲਕੁਲ ਨਹੀਂ ਦੇ ਸਕਦੇ ਜੋ ਦੁਨੀਆ ਅੰਦਰ ਹਰ ਮਨੁੱਖ ਜੇ ਲਾਗੂ ਕਰ ਲਵੇ ਤੇ ਦੁਨੀਆ ਭੁੱਖੀ ਮਰ ਜਾਏ, ਹਰ ਆਦਮੀ ਮੰਗਣ ਤੇ ਹੀ ਹੋ ਜਾਏ, ਕਮਾਈ ਕੋਈ ਵੀ ਨਾ ਕਰੇ ਤਾਂ ਇਹ ਦੁਨੀਆ ਚੱਲ ਨਾ ਸਕੇਗੀ। ਪਰਮਾਤਮਾ ਨੇ ਸਾਨੂੰ ਹੱਥ ਪੈਰ ਦਿੱਤੇ ਨੇ, ਦਿਮਾਗ ਬਖਸ਼ਿਆ ਹੈ, ਉਦਮ ਦਾ ਜੀਵਨ ਜੀਣ ਦੀ ਜ਼ਰੂਰਤ ਹੈ। ਇਸ ਲਈ ਇਸ ਸ਼ਲੋਕ ਨੂੰ ਥੋੜਾ ਧਿਆਨ ਨਾਲ ਦੇਖਣ ਦੀ ਜ਼ਰੂਰਤ ਹੈ। ਨਾ ਕਬੀਰ ਜੀ ਖਿਲਾਫ ਨੇ ਮਹਿਲ ਮਾੜੀਆਂ ਦੇ, ਨਾ ਹਾਥੀ ਘੋੜਿਆਂ ਦੇ, ਚੰਗੀਆਂ ਸਵਾਰੀਆਂ ਦੇ। ਜ਼ਿਆਦਾ ਸਹੂਲਤਾਂ ਮਿਲਦੀਆਂ ਨੇ, ਕਿਉਂ ਨਾ ਲਈਆਂ ਜਾਣ। ਹਾਂ, ਇਹ ਖਿਆਲ ਰੱਖਣਾ ਜ਼ਰੂਰ ਲਾਜ਼ਮੀ ਹੈ ਕਿ ਬੇਈਮਾਨੀ ਨਾਲ ਪ੍ਰਾਪਤ ਕੀਤੀਆਂ ਹੋਈਆਂ ਸਹੂਲਤਾਂ ਨਾ ਹੋਣ, ਨਹੀਂ ਤਾਂ ਦੁਖਦਾਈ ਹੋ ਜਾਣਗੀਆਂ। ਦੇਰ ਅਬੇਰ ਇਹਨਾਂ ਦੁੱਖ ਦੇਣਾ ਹੈ ਜਿਨ੍ਹਾਂ ਵਿੱਚੋਂ ਸੁੱਖ ਪਾਲਦੇ ਹਾਂ। ਤੋ ਸਭ ਤੋਂ ਪਹਿਲਾਂ ਸਾਨੂੰ ਭਿੱਖਿਆ ਦੇ ਸੰਬੰਧ ਵਿੱਚ ਸਮਝ ਲੈਣ ਦੀ ਲੋੜ ਹੈ। ਭਿੱਖਿਆ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 2 ਤਰ੍ਹਾਂ ਦੇ ਬਚਨ ਆਏ ਨੇ। ਜਿੱਥੇ ਜ਼ਿਕਰ ਆਇਆ ਹੈ ਵਿਹਲੜਾਂ ਦਾ ਕਿ ਮੰਗ ਕੇ ਖਾਣਾ ਹੀ ਜਿਨ੍ਹਾਂ ਧਰਮ ਬਣਾ ਲਿਆ ਹੈ, ਆਪ ਕਮਾਈ ਕਰਨੀ ਕੋਈ ਨਹੀਂ, ਉਦਮ ਕਰਨਾ ਕੋਈ ਨਹੀਂ, ਦੁਆਰ ਦੁਆਰ ਤੇ ਭੀਖ ਮੰਗ ਕੇ ਖਾ ਕੇ ਸਹੁੰ ਛੱਡਣਾ, ਕਿਧਰੋਂ ਬਸਤਰ ਮੰਗ ਲਿਆ, ਕਿਧਰੋਂ ਰੋਟੀ ਮੰਗ ਲਈ, ਕਿਧਰੋਂ 4 ਛਿੱਲੜ ਮੰਗ ਲੈ, ਔਰ ਮੰਗਣ ਦੀ ਵੀ ਆਪਣੀ ਆਪਣੀ ਜੁਗਤ ਹੈ। ਉਹ ਰੂਪ ਕੋਈ ਵੀ ਹੋਵੇ, ਜਿੱਥੇ ਐਸੀ ਭਿੱਖਿਆ ਮੰਗਣ ਦਾ ਜ਼ਿਕਰ ਆਇਆ ਹੈ ਉੱਥੇ ਸਤਿਗੁਰੂ ਜੀ ਨੇ ਡਟ ਕੇ ਇਸ ਦਾ ਵਿਰੋਧ ਕੀਤਾ ਹੈ। ਸਤਿਗੁਰੂ ਕਹਿੰਦੇ ਨੇ ਰੱਬ ਦੇ ਰੰਗ ਵਿੱਚ ਕੋਈ ਰੰਗਿਆ ਹੋਇਆ ਬੰਦਾ ਭਲਾ ਇਹ ਆਟਾ ਮੰਗਣ ਤੁਰ ਪਏਗਾ ਜਾਂ ਉਹ 2 ਟਕੇ ਦੁਆਰ ਦੁਆਰ ਤੇ ਮੰਗਦਾ ਫਿਰੇਗਾ? ਬਿਲਕੁਲ ਨਹੀਂ। ਨਿਰੰਕਾਰ ਜੋ ਰਹਿ ਸਮਾਏ, ਕਾਹੇ ਭੀਖਿਆ ਮੰਗਣ ਜਾਏ। ਜੋ ਨਿਰੰਕਾਰ ਵਿੱਚ ਲੀਨ ਵਿਅਕਤੀ ਹੈ ਉਹ ਤਾਂ ਪਰਮਾਤਮਾ ਦੀਆਂ ਬਖਸ਼ਿਸ਼ਾਂ ਵੱਲ ਸੁਰਤ ਲੈ ਗਿਆ। ਉਸਨੇ ਡਿੱਠਾ ਮੈਨੂੰ ਹੱਥ ਪੈਰ ਮਾਲਕ ਨੇ ਦਿੱਤੇ ਨੇ, ਦਿਮਾਗ ਬਖਸ਼ਿਆ, ਸਰੀਰ ਤੰਦਰੁਸਤ ਹੈ, ਇਹਨਾਂ ਹੱਥਾਂ ਨਾਲ ਭਾਵੇਂ ਵਾਣ ਕਿਉਂ ਨਾ ਵੱਟਾਂ, ਖੇਤੀ ਕਰਾਂ ਕਿ ਚਮੜੇ ਦਾ ਕੰਮ ਕਰਾਂ ਕਿ ਕੱਪੜੇ ਦਾ ਕਰਾਂ, ਜੋ ਵੀ ਕਿਰਤ ਕਰ ਸਕਦਾ ਹਾਂ ਉਹ ਕਰਕੇ ਕਮਾਈ ਕਰਾਂਗਾ, ਉਸ ਨਾਲ ਨਿਰਵਾਹ ਕਰਾਂਗਾ। ਮੈਂ ਦੁਆਰ ਦੁਆਰ ਦਾ ਭਿਖਾਰੀ ਕਿਉਂ ਬਣਾ? ਬਲਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਫੈਸਲਾ ਬਹੁਤ ਸਪਸ਼ਟ ਦਿੱਤਾ ਹੈ, ਔਰ ਜਿਵੇਂ ਇੱਕ ਲਕੀਰ ਖਿੱਚ ਕੇ 2 ਚੀਜ਼ਾਂ ਅਲੱਗ ਕਰ ਦਿੱਤੀਆਂ ਹੋਵਣ। ਲਾਲਚੀ ਮਨ ਦੀ ਦਸ਼ਾ ਬਿਆਨ ਕਰਦੇ ਹੋਏ ਸਤਿਗੁਰੂ ਜੀ ਲਿਖਦੇ ਨੇ, ਬਿਰਥਾ ਕਹੋਂ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਸਹੂੰ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਤੇ ਦੁਆਰ ਦੁਆਰ ਭਟਕਤੇ ਦਾ ਜਦੋਂ ਜ਼ਿਕਰ ਕੀਤਾ ਉੱਥੇ ਨਾਲ ਇੱਕ ਗੱਲ ਇਹ ਵੀ ਲਿਖ ਦਿੱਤੀ ਕਿ ਇਸ ਨੂੰ ਦਰਅਸਲ ਪ੍ਰਮਾਤਮਾ ਦੇ ਭਜਨ ਦੀ ਸੋਝੀ ਨਹੀਂ ਤਾਂ ਭਟਕਦਾ ਹੈ। ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ, ਅਵਾਰਾ ਕੂਕਰ ਵਾਂਗੂ ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਭਟਕ ਰਿਹਾ ਹੈ। ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁਧ ਰਾਮ ਭਜਨ ਕੀ। ਪਰਮਾਤਮਾ ਦੇ ਭਜਨ ਦੀ ਇਸ ਨੂੰ ਸੋਝੀ ਹੁੰਦੀ ਤਾਂ ਇਹ ਇੰਜ ਬੁਰਕੀ ਬੁਰਕੀ ਲਈ ਭਟਕਦਾ ਨਾ ਫਿਰਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਰਮਾਇਆ, ਨਿਰੰਕਾਰ ਜੋ ਰਹਿ ਸਮਾਏ, ਕਾਹੇ ਭੀਖਿਆ ਮੰਗਣ ਜਾਏ। ਪੰਚਮ ਪਾਤਸ਼ਾਹ ਜੀ ਨੇ ਇੱਕ ਫਰਮਾਨ
ਉਚਾਰਨ ਕੀਤਾ ਰਾਮ ਕਲੀ ਰਾਗ ਵਿੱਚ ਕਿ ਜਿਨ੍ਹਾਂ ਦੇ ਪੱਲੇ ਪ੍ਰਭੂ ਦੇ ਨਾਮ ਦਾ ਸਰਮਾਇਆ ਹੋਵੇ ਉਹ ਤਾਂ ਖਜ਼ਾਨਿਆਂ ਦੇ ਮਾਲਕ ਬਣ ਗਏ। ਉਹਨਾਂ ਦੇ ਮਨ ਅੰਦਰ ਸੰਤੋਖ ਹੈ। ਅਰਬਾਂ ਖਰਬਾਂ ਪ੍ਰਾਪਤ ਕਰਕੇ ਵੀ ਆਦਮੀ ਭਿਖਾਰੀ ਰਹਿ ਸਕਦਾ ਹੈ, ਲੇਕਿਨ ਕੋਈ ਸਾਧਾਰਨ ਕੁੱਲੀ ਗੁੱਲੀ ਜੁੱਲੀ ਦਾ ਇੰਤਜ਼ਾਮ ਕਰਕੇ ਵੀ ਤ੍ਰਿਪਤ ਹੋ ਸਮਰਾਟਾਂ ਦਾ ਸਮਰਾਟ ਬਣ ਸਕਦਾ ਹੈ। ਜਿਸ ਦੇ ਅੰਦਰ ਭੁੱਖ ਨਹੀਂ ਉਹ ਭਿਖਾਰੀ ਨਹੀਂ, ਉਹ ਸਮਰਾਟ ਹੈ, ਤ੍ਰਿਸ਼ਨਾ ਤੋਂ ਮੁਕਤ ਹੈ। ਸਤਿਗੁਰੂ ਕਹਿੰਦੇ ਨੇ ਨਾਮ ਰਤਨ ਜਿਨ ਪਾਇਆ ਦਾਨ, ਤਿਸ ਜਨ ਹੋਏ ਸਗਲ ਨਿਧਾਨ। ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਮੰਗਨ ਕਾਹੇ ਜਾਏ। ਸੰਤੋਖ ਬਣ ਗਿਆ ਹੈ, ਮਾਲਕ ਨਾਲ ਮਿਲਾਪ ਬਣ ਗਿਆ ਹੈ, ਜ਼ਿੰਦਗੀ ਦਾ ਅਸਲੀ ਮਕਸਦ ਹੱਲ ਹੋ ਗਿਆ ਹੈ। ਕਿਰਤ ਕਰ ਗੁਜ਼ਰਾਨ ਚੱਲ ਰਹੀ ਹੈ, ਕਿਉਂ ਮੰਗਣ ਜਾਏਗਾ। ਹਜ਼ੂਰ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਪੰਕਤੀ ਫੈਸਲਾ ਕੁਨ ਲਿਖ ਦਿੱਤੀ। ਕਹਿਣ ਲੱਗੇ ਲੋਕ ਤਿਕਾਰ ਕਹੈ ਮੰਗਤ ਜਨ। ਤਿਕਾਰ ਕਹਿਣ ਦਾ ਮਤਲਬ ਹੈ ਫਿਟਕਾਰਾਂ ਪਾਉਂਦੇ ਨੇ ਮੰਗਤੇ ਨੂੰ, ਆਦਰ ਕਦੀ ਨਹੀਂ ਮਿਲਦਾ। ਝੋਲੀ ਫੈਲਾ ਕੇ ਖੜੇ ਆਦਮੀ ਨੂੰ ਕੋਈ ਆਦਰ ਦਿੰਦਾ ਹੈ। ਵੰਡਣ ਵਾਲੇ ਨੂੰ ਆਦਰ ਮਿਲਦਾ ਹੈ, ਮੰਗਣ ਵਾਲੇ ਨੂੰ ਨਹੀਂ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਲੋਕ ਤਿਕਾਰ ਕਹੈ ਮੰਗਤ ਜਨ, ਮੰਗਤ ਮਾਨ ਨਾ ਪਾਇਆ। ਮੰਗਤੇ ਨੂੰ ਕਦੀ ਮਾਣ ਮਿਲਦਾ ਹੀ ਨਹੀਂ। ਇੱਕ ਹੋਰ ਬਚਨ ਸਤਿਗੁਰੂ ਜੀ ਦੀ ਬਾਣੀ ਵਿੱਚ ਆਇਆ ਹੈ, ਜੋਗੀ ਹੋਵਾਂ ਜੇ ਭਲਾ ਇੰਝ ਬਣੀ ਜਾਵਾਂ ਕਿ ਕਿਰਤ ਕਰਨੀ ਨਹੀਂ। ਕੰਨ ਪੜਵਾ ਮੁੰਦਰਾਂ ਪਾਈਆਂ, ਭਗਵੇਂ ਕੱਪੜ ਪਾਏ, ਚਿੱਪੀ ਹੱਥ ਵਿੱਚ ਫੜੀ, ਘਰ ਘਰ ਮੰਗ ਕੇ ਰੋਟੀ ਖਾ ਲਈ, ਸੌਂ ਛੱਡਿਆ। ਇਹ ਕੋਈ ਜ਼ਿੰਦਗੀ ਹੈ? ਜਿਨ੍ਹਾਂ ਦੀ ਕਮਾਈ ਮੈਂ ਖਾ ਰਿਹਾ ਹਾਂ, ਜਦ ਲੇਖਾ ਦੇਣਾ ਪਏਗਾ ਕਿਸ ਕਿਸ ਨੂੰ ਜਵਾਬ ਦੇਵਾਂਗਾ। ਚੰਗਾ ਭਲਾ ਸਰੀਰ ਸੀ, ਫਿਰ ਵੀ ਕਿਰਤ ਵੱਲੋਂ ਨਿਕੰਮਾ ਹੋ ਕੇ ਬੈਠ ਗਿਆ। ਜੋਗੀ ਹੋਵਾਂ ਜਗ ਭਵਾਂ, ਘਰ ਘਰ ਭੀਖਿਆ ਲਿਓ, ਦਰਗਹ ਲੇਖਾ ਮੰਗੀਐ ਕਿਸ ਕਿਸ ਉੱਤਰ ਦਿਓ। ਕਿਸ ਕਿਸ ਨੂੰ ਜਵਾਬ ਦੇਵਾਂਗਾ। ਔਰ ਇਹ ਕੇਵਲ ਉਹਨਾਂ ਲੋਕਾਂ ਦੀ ਹੀ ਗੱਲ ਨਹੀਂ ਜੋ ਕਿਰਤ ਛੱਡ ਕੇ ਸਿੱਧੇ ਰੂਪ ਵਿੱਚ ਭਿਖਾਰੀ ਬਣ ਗਏ ਨੇ। ਭਿਖਾਰੀ ਵੀ ਸਤਿਗੁਰੂ ਜੀ ਨੇ ਕੇਵਲ ਇਸ ਦਾਇਰੇ ਵਿੱਚੋਂ ਵੀ ਦੋ ਪ੍ਰਕਾਰ ਦੇ ਲਿਖੇ। ਇੱਕ ਤਾਂ ਜੋ ਸਧਾਰਨ ਤੌਰ ਤੇ ਵਿਹਲੜ ਬਣ ਗਏ, ਮੰਗ ਕੇ ਖਾਣਾ ਆਦਤ ਬਣਾ ਲਈ। ਇੱਕ ਉਹ ਲੋਕ ਜਿਨ੍ਹਾਂ ਪਾਖੰਡ ਰਚ ਲਿਆ। ਇਹੀ ਕੰਮ ਇੱਕ ਮਦਾਰੀ ਗਲੀ ਵਿੱਚ ਖੜੋ ਕੇ ਕਰਦਾ ਸੀ। ਹੱਥ ਤਾਂ ਚੁੱਕਿਆ, ਰਾਖ ਕੱਢ ਕੇ ਦੂਜੇ ਦੇ ਹੱਥ ਤੇ ਰੱਖ ਦਿੱਤੀ, ਕੇਲਾ ਰੱਖ ਦਿੱਤਾ। ਲੋਕਾਂ ਆਖਿਆ ਮਦਾਰੀ ਹੈ, ਹੱਥ ਦੀ ਸਫਾਈ ਹੈ। ਇਹ ਢੰਗ ਤਰੀਕਾ ਜਾਣਦਾ ਹੈ, ਸਾਡੀ ਸਮਝ ਵਿੱਚ ਨਹੀਂ ਆਉਂਦਾ। ਕੋਈ ਟਕਾ ਦੇ ਗਿਆ, ਕੋਈ ਪੈਸਾ ਦੇ ਗਿਆ, ਕਿਸੇ ਨੇ ਕੁਝ ਨਾ ਵੀ ਦਿੱਤਾ, ਮਰਜ਼ੀ ਹੈ, ਤਮਾਸ਼ਾ ਦੇਖਿਆ, ਲੋਕ ਤੁਰਦੇ ਹੋਏ। ਲੇਕਿਨ ਜਿਸ ਵੇਲੇ ਇਹੀ ਪਾਖੰਡ ਧਰਮ ਦਾ ਭੇਖ ਬਣਾ ਕੇ ਕਿਸੇ ਨੇ ਕੀਤਾ, ਉਸ ਨੂੰ ਪਾਰਖੂ ਨਾ ਹੋਣ ਦੇ ਕਾਰਨ ਲੋਕ ਮਹਾਤਮਾ ਗਿਣਨ ਲੱਗ ਪਏ। ਕਰਾਮਾਤੀ ਹੈ, ਦੇਖੋ ਰਾਖ ਕੱਢ ਰਿਹਾ ਹੈ। ਔਰ ਉਸ ਅੱਗੇ ਹੀਰੇ ਚੜਾਉਣ ਲੱਗ ਪਏ। ਐਸਾ ਦੁਨੀਆ ਵਿੱਚ ਹਮੇਸ਼ਾ ਹੁੰਦਾ ਰਿਹਾ ਹੈ। ਲੋਕ ਭਟਕਦੇ ਰਹੇ ਨੇ, ਉਹ ਗੁਰੂ ਬਣ ਬੈਠਾ।
ਅਸੀਂ ਗੁਰੂ ਸ਼ਬਦ ਨੂੰ ਜਿੰਨਾ ਖਰਾਬ ਕੀਤਾ ਹੈ ਕੋਈ ਹਿਸਾਬ ਹੀ ਨਹੀਂ। ਇੱਕ ਟੀਚਰ ਨੂੰ ਗੁਰੂ ਆਖਣਾ ਠੀਕ ਨਹੀਂ। ਗੁਰੂ ਦੇ ਮੁਕਾਬਲੇ ਦਾ ਕੋਈ ਸ਼ਬਦ ਹੈ ਨਹੀਂ। ਸਟੂਡੈਂਟ, ਵਿਦਿਆਰਥੀ ਤੇ ਅਧਿਆਪਕ ਦਾ ਰਿਸ਼ਤਾ ਅਧਿਆਪਨ ਤੱਕ ਸੀਮਿਤ ਹੈ। ਉਹ ਕੁਝ ਵਿਦਿਆ ਸਿਖਾਉਂਦਾ ਹੈ, ਉਹ ਸਿੱਖਦਾ ਹੈ, ਉਹ ਫੀਸ ਅਦਾ ਕਰ ਦਿੰਦਾ ਹੈ, ਗੱਲ ਖਤਮ ਹੋਈ। ਉਸ ਫੀਲਡ ਦਾ ਕੁਝ ਨੌਲੇਜ ਲੈ ਕੇ ਸਟੂਡੈਂਟ ਅਗਾਂਹ ਵੱਧਦਾ ਹੈ। ਭਾਵੇਂ ਕੋਈ ਆਦਮੀ ਹਿਸਟਰੀ ਪੜ੍ਹਾ ਰਿਹਾ ਹੈ, ਭਾਵੇਂ ਭੂਗੋਲ ਪੜ੍ਹਾ ਰਿਹਾ ਹੈ, ਭਾਵੇਂ ਸਾਇੰਸ ਪੜ੍ਹਾ ਰਿਹਾ ਹੈ ਕੋਈ, ਭਾਵੇਂ ਹਿਸਾਬ ਪੜ੍ਹਾ ਰਿਹਾ ਹੈ, ਭਾਵੇਂ ਯੋਗਾ ਪੜ੍ਹਾ ਰਿਹਾ ਹੋਵੇ, ਟੀਚਰ ਇੱਕ ਟੀਚਰ ਹੈ, ਗੁਰੂ ਨਹੀਂ। ਲੇਕਿਨ ਅਸੀਂ ਇਸ ਲਫ਼ਜ਼ ਨੂੰ ਇੰਨਾ ਵਿਗਾੜਿਆ। ਡਰਾਈਵਰਾਂ ਦੀ, ਟਰੱਕ ਡਰਾਈਵਰਾਂ ਦੀ ਦੁਨੀਆ ਵਿੱਚ ਕਦੀ ਪੰਜਾਬ ਜਾ ਕੇ ਕੀ ਸਾਰੇ ਭਾਰਤ ਵਿੱਚ ਦੇਖੋ ਗੁਰੂ ਕੀ ਹਾਲ ਹੈ। ਡਰਾਈਵਰੀ ਸਿਖਾਉਣ ਵਾਲੇ ਨੂੰ ਵੀ ਗੁਰੂ ਨਹੀਂ। ਗੁਰੂ ਪ੍ਰਭੂ ਨਾਲ ਇੱਕ ਹੈ। ਗੁਰ ਪਰਮੇਸ਼ਰ ਏਕੋ ਜਾਣ, ਜਿਸ ਨੇ ਰੂਹਾਨੀਅਤ ਦਾ ਚਾਨਣ ਬਖਸ਼ਣਾ ਹੈ। ਲੇਕਿਨ ਇਸ ਪਰਦੇ ਵਿੱਚ ਬੜੇ ਪਾਖੰਡ ਵੀ ਚੱਲ ਰਹੇ ਨੇ। ਬਾਕੀਆਂ ਨੂੰ ਤਾਂ ਗੁਰੂ ਆਖਣ ਦੀ, ਡਰਾਈਵਰਾਂ ਦੀ ਬੋਲੀ ਛੱਡੋ। ਧਾਰਮਿਕ ਪਰਦੇ ਹੇਠ ਵੀ ਨਕਲੀ ਗੁਰੂਆਂ ਦੀ ਪਰਮਾਰ ਹੈ। ਜਿਸ ਦਿਨ ਕਿਸੇ ਮਹਾਤਮਾ ਬੰਦਗੀਵਾਨ ਨੇ ਖੁੱਲ੍ਹਾ ਤੇ ਵੱਡਾ ਚੋਲਾ ਪਾਇਆ ਹੋਵੇਗਾ, ਉਸ ਦੇ ਪਿੱਛੇ ਤਾਂ ਕੋਈ ਅਰਥ ਸਨ। ਧਿਆਨ ਵਿੱਚ ਬੈਠਣਾ ਹੈ, ਚੌਂਕੜਾ ਮਾਰ ਕੇ ਬੈਠਣਾ ਹੈ, ਰੀੜ੍ਹ ਦੀ ਹੱਡੀ ਸਿੱਧੀ ਕਰਕੇ ਬੈਠਣਾ ਹੈ, ਆਸਣ ਲਗਾਉਣਾ ਹੈ। ਜਿੰਨੇ ਕੱਪੜੇ ਖੁੱਲ੍ਹੇ ਹੋਣਗੇ ਸਰੀਰ ਨੂੰ ਸਹੂਲਤ ਰਹੇਗੀ। ਸਮਰਾਟ ਤੇ ਸੰਤ ਇਹ ਵਿਸ਼ੇਸ਼ ਤੌਰ ਤੇ ਖੁੱਲ੍ਹੇ ਕੱਪੜੇ ਪਹਿਨਿਆ ਕਰਦੇ ਸਨ, ਵੱਡਾ ਚੋਲਾ। ਲੇਕਿਨ ਪਾਖੰਡੀ ਨੂੰ ਇੱਕ ਰਮਜ਼ ਹੱਥ ਲੱਗ ਗਈ ਕਿ ਲੋਕ ਚੋਲਾ ਵੇਖ ਕੇ ਹੀ ਪੂਜਾ ਕਰਦੇ ਨੇ, ਉਹਨੇ ਚੋਲਾ ਵੱਡਾ ਪਾ ਲਿਆ। ਔਰ ਅੰਧੀ ਦੁਨੀਆ ਨੂੰ ਕੋਈ ਗਿਆਨ ਨਹੀਂ, ਉਹ ਪੂਜਾ ਕਰਨ ਲੱਗ ਗਈ। ਇਉਂ ਹੀ ਬਾਕੀ ਦੇ ਪ੍ਰਪੰਚ ਭੇਖ ਈਜਾਦ ਹੋਏ ਤੇ ਦੁਨੀਆ ਵਿੱਚ ਚੱਲ ਰਹੇ ਨੇ। ਲੋਕ ਲੁੱਟਣ ਵਾਲਿਆਂ ਦੀ ਵੀ ਕਮੀ ਨਹੀਂ ਤੇ ਲੁੱਟ ਹੋਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ। ਸਾਵਧਾਨ ਹੋਣ ਦੀ ਜ਼ਰੂਰਤ ਹੈ। ਸਤਿਗੁਰੂ ਜੀ ਨੇ ਬਾਣੀ ਅੰਦਰ ਬਹੁਤ ਵਿਸ਼ੇਸ਼ ਤੌਰ ਤੇ ਇਹਨਾਂ ਲੋਕਾਂ ਦਾ ਵੀ ਜ਼ਿਕਰ ਕੀਤਾ ਹੈ ਤੇ ਇਹਨਾਂ ਨੂੰ ਕੋਈ ਸੰਤ ਨਹੀਂ, ਮਖੱਟੂ ਲੋਕ ਆਖਿਆ, ਵਿਹਲੜ, ਜਿਹੜੇ ਆਪਣੇ ਲਈ ਵੀ ਰੋਟੀ ਆਪ ਨਾ ਕਮਾਉਣ। ਤੇ ਨਾਲ ਇਹ ਸਮਝਾ ਦਿੱਤਾ ਹੈ, ਭਾਵੇਂ ਕਿਸੇ ਰੂਪ ਵਿੱਚ ਮੰਗਦੇ ਫਿਰਦੇ ਹੋਣ, ਸਾਵਧਾਨ ਹੋ ਜਾਇਓ, ਇਹਨਾਂ ਦੇ ਪੈਰੀ ਨਾ ਲੱਗਿਓ। ਰੱਬ ਦਾ ਰਾਹ ਕੇਵਲ ਉਹਨਾਂ ਨੂੰ ਲੱਭਾ ਹੈ ਜਿਹੜੇ ਘਾਲਣਾ ਘਾਲ ਕੇ, ਮਿਹਨਤ ਕਰਕੇ ਕਮਾਈ ਕਰਦੇ ਨੇ ਤੇ ਉਸ ਵਿੱਚੋਂ ਸੇਵਾ ਅਰਥ ਵੀ ਕੁਝ ਲਾਉਂਦੇ ਨੇ, ਨੇਕ ਰਾਹ ਤੇ ਕੁਝ ਖਰਚਦੇ ਨੇ। ਰੱਬ ਦਾ ਰਾਹ ਕੇਵਲ ਉਹ ਜਾਣ ਸਕੇ ਨੇ। ਇਹ ਸਮਝਾਉਣ ਵਾਲੇ ਵੀ ਵਿਹਲੜ ਨੇ, ਇਹਨਾਂ ਦੇ ਪਿੱਛੇ ਨਾ ਚੱਲਿਓ। ਇਹ ਵੀ ਭੀਖ ਹੀ ਮੰਗ ਰਹੇ ਨੇ, ਮੰਗਣ ਦਾ ਤਰੀਕਾ ਅਲੱਗ ਹੈ। ਹਜ਼ੂਰ ਨੇ ਬਚਨ ਫਰਮਾਏ, ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕੈ ਕੰਨ ਪੜਾਏ, ਫਕਰ ਕਰੇ ਹੋਰ ਜ਼ਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾ ਕੈ ਮੂਲ ਨਾ ਲੱਗੀਐ ਪਾਏ। ਸਦਵਾਏ ਗੁਰੂ ਪੀਰ ਕੰਮ ਮੰਗਤਿਆਂ ਵਾਲੇ, ਧਿਆਨ ਤੁਹਾਡੇ ਧਨ ਤੇ ਹੀ ਲੱਗਾ ਹੋਇਆ ਹੋਵੇ। ਇਸ ਵਿਹਲੜ ਦਾ, ਇਸ ਦੇ ਪੈਰੀ ਨਾ ਲੱਗੀ। ਗੁਰ ਪੀਰ ਸਦਾਏ ਮੰਗਣ ਜਾਏ,
ताकै मूल न लगिए पाए। घाल खाए किछ हथों दे, नानक राह पछाणै से। ਸਤਿਗੁਰੂ ਕਹਿੰਦੇ ਨੇ ਰਸਤਾ ਕੇਵਲ ਉਹਨਾਂ ਪਹਿਚਾਣਿਆ ਰੱਬ ਦਾ ਜੋ ਘਾਲਣਾ ਘਾਲ ਕੇ ਮਿਹਨਤ ਕਰਕੇ ਕਮਾਉਂਦੇ ਹਨ। ਉਹ ਮਿਹਨਤ ਕਿਸੇ ਵੀ ਖੇਤਰ ਦੀ ਕਿਉਂ ਨਾ ਹੋਵੇ, ਪਰ ਕਮਾਈ ਮਿਹਨਤ ਦੀ ਪ੍ਰਾਪਤ ਕਰਦੇ ਹਨ ਤੇ ਨੇਕ ਰਾਹ ਤੇ ਲਾਉਂਦੇ ਹਨ। ਉਹਨਾਂ ਰੱਬ ਦਾ ਰਾਹ ਪਹਿਚਾਣਿਆ। ਤੋ ਭੀਖ ਮੰਗਣ ਵਾਲਾ ਭਾਵੇਂ ਕੋਈ ਭਿਖਾਰੀ ਹੈ ਤੇ ਭਾਵੇਂ ਕੋਈ ਭੇਖੀ ਹੈ। ਫਿਰ ਖਿਆਲ ਰੱਖਣਾ, ਦੋ ਲਫ਼ਜ਼ ਚੇਤੇ ਰੱਖਣ ਵਾਲੇ ਹਨ। ਭੀਖ ਮੰਗਣ ਵਾਲਾ ਭਾਵੇਂ ਕੋਈ ਭਿਖਾਰੀ ਹੈ ਤੇ ਭਾਵੇਂ ਕੋਈ ਭੇਖੀ ਹੈ, ਦੋਹਾਂ ਤੋਂ ਸਾਵਧਾਨ। ਜਦ ਇਹਨਾਂ ਵਿਹਲੜ ਲੋਕਾਂ ਨੂੰ ਅਸੀਂ ਦਿੰਦੇ ਹਾਂ ਕੁਝ, ਤਾਂ ਦਰਅਸਲ ਇੱਕ ਗੁਨਾਹ ਕਰ ਰਹੇ ਹਾਂ ਕਿ ਲੋਕਾਂ ਨੂੰ ਨਿਕੰਮੇ ਬਣਨ ਦੀ ਆਦਤ ਪਾ ਰਹੇ। ਕਬੀਰ ਜੀ ਉਸ ਭਿਖਿਆ ਦੇ ਬਿਲਕੁਲ ਹੱਕ ਵਿੱਚ ਨਹੀਂ। ਤਾਂ ਮੈਂ ਆਰੰਭ ਵਿੱਚ ਜ਼ਿਕਰ ਕੀਤਾ ਸੀ ਕਿ ਭੀਖ ਦੇ ਦੋ ਸਰੂਪ ਉਚੇਚੇ ਤੌਰ ਤੇ ਪ੍ਰਮੁੱਖ ਰੂਪ ਵਿੱਚ ਬਾਣੀ ਅੰਦਰ ਆਏ ਨੇ। ਇੱਕ ਹੈ ਜਿਸ ਦੀਆਂ ਦੋ ਸ਼ਾਖਾਵਾਂ ਦਾ ਆਪਾਂ ਵਿਚਾਰ ਕੀਤਾ ਹੈ, ਚਾਹੇ ਕੋਈ ਭਿਖਾਰੀ ਬਣ ਕੇ ਮੰਗੇ ਤੇ ਚਾਹੇ ਕੋਈ ਭੇਖ ਬਣਾ ਕੇ ਲੋਕਾਂ ਦੇ ਸਰਮਾਏ ਤੇ ਹੀ ਪਲੇ। ਇਹ ਦੋਵੇਂ ਤਿਰਕਾਰ ਦੇ ਯੋਗ ਹਨ, ਫਿਟਕਾਰ ਦੇ ਯੋਗ ਹਨ। ਲੋਕ ਤਿਕਾਰ ਕਹੈ ਮੰਗਤ ਜਨ, ਮੰਗਤ ਮਾਨ ਨਾ ਪਾਇਆ। ਲੇਕਿਨ ਇੱਕ ਹੋਰ ਭੀਖ ਦਾ ਜ਼ਿਕਰ ਵੀ ਹੈ ਜੋ ਦੂਜਾ ਪ੍ਰਮੁੱਖ ਸਰੂਪ ਹੈ, ਜਿਸ ਨੂੰ ਸਤਿਗੁਰੂ ਜੀ ਨੇ ਵਡਿਆਇਆ ਹੈ। ਉਸ ਦੀ ਬੜੀ ਸਿਫਤ ਕੀਤੀ ਹੈ। ਇੰਨੀ ਉਸ ਸਿਫਤ ਦੀ ਗਹਿਰਾਈ ਵਿੱਚ ਗਏ ਨੇ ਕਿ ਖੁਦ ਨੂੰ ਵੀ ਭਿਖਾਰੀ ਆਖਿਆ। ਬਾਣੀ ਅੰਦਰ ਬਚਨ ਨੇ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ, ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਐ ਮੇਰੇ ਮਾਲਕ, ਅਸੀਂ ਤੇਰੇ ਭਿਖਾਰੀ ਹਾਂ, ਤੇਰੇ ਦਰ ਦੇ ਮੰਗਤੇ ਹਾਂ। ਇਹ ਅੰਦਰਲੀ ਇੱਕ ਨਿਮਰਤਾ ਹੈ ਔਰ ਸੱਚਮੁੱਚ ਦਾਤਾਂ ਮਾਲਕ ਦੀਆਂ ਹਨ। ਉਸ ਦੇ ਭਿਖਾਰੀ ਬਣ ਗਏ। ਤੂੰ ਦਾਤਾਂ ਦੇਣ ਵਾਲਾ ਦਾਤਾਰ ਹੈ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਕਿਰਪਾ ਕਰੋ ਮੇਰੀ ਝੋਲੀ ਵਿੱਚ ਵੀ ਖੈਰ ਪਾਓ। ਬਾਬਾ ਫਰੀਦ ਜੀ ਨੇ ਆਖਿਆ, ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਐ ਖੁਦਾ ਤੇਰੇ ਦਰ ਤੋਂ ਕੁਝ ਮੰਗ ਰਿਹਾ। ਤੇਰੀ ਪਨਾਹ ਖੁਦਾਏ, ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਮੇਰੀ ਝੋਲੀ ਵਿੱਚ, ਫਰੀਦ ਦੀ ਝੋਲੀ ਵਿੱਚ ਖੈਰ ਬੰਦਗੀ ਦੀ ਪਾ ਦਿਓ। ਗੁਰੂ ਪਾਸ ਜਾਈ, ਭਿਖਾਰੀ ਬਣ ਕੇ ਜਾ, ਕੋਈ ਹਰਜਾ ਨਹੀਂ, ਜਾਣਾ ਹੀ ਭਿਖਾਰੀ ਬਣ ਕੇ ਚਾਹੀਦਾ ਹੈ। ਜੇ ਉੱਥੇ ਵੀ ਆਪਣੇ ਨਾਂ ਦੇ ਪੱਥਰ ਹੀ ਲਵਾਉਣੇ ਨੇ ਤੇ ਦੁਨੀਆ 'ਚ ਹੋਰ ਥਾਂ ਥੋੜੇ ਨੇ। ਗੁਰੂ ਦਾ ਦਰ ਗੁਰੂ ਦਾ ਦਰ ਰਹਿਣ ਦੇ। ਇੱਥੇ ਭਿਖਾਰੀ ਬਣ ਕੇ ਜਾ। ਕੁਝ ਮੰਗਣ ਗਿਆ ਹੈ, ਗੁਰੂ ਦਾਤਾ ਹੈ, ਗੁਰੂ ਮੰਗਤਾ ਨਹੀਂ। ਹਾਂ, ਗੁਰੂ ਅੱਗੇ ਜਦੋਂ ਤੂੰ ਕੁਝ ਭੇਟ ਕਰਦਾ ਹੈ, ਉਹ ਭੇਟਾ ਹੈ, ਦਾਨ ਨਹੀਂ। ਸਾਨੂੰ ਇੰਨਾ ਵੀ ਅੰਤਰ ਪਤਾ ਨਹੀਂ। ਦਾਨੀ ਸੱਜਣਾ ਦੀ ਲਿਸਟ, ਗੁਰੂ ਨੂੰ ਦਾਨ ਦੇਣ ਵਾਲੇ, ਹੱਦ ਹੋ ਗਈ। ਜਿਸ ਪਾਸੋਂ ਮੰਗਦੇ ਹਾਂ ਉਸ ਦੇ ਪਾਸ ਦਾਤੇ ਬਣ ਕੇ ਖੜੇ ਹੋ ਗਏ। ਕੁਝ ਸੋਚਣ ਦੀ ਜ਼ਰੂਰਤ ਹੈ। ਗੁਰੂ ਅੱਗੇ ਆਪਣੇ ਤੋਂ ਵੱਡੇ ਨੂੰ ਦਾਨ ਨਹੀਂ ਦਿੱਤਾ ਜਾਂਦਾ, ਆਪਣੇ ਤੋਂ ਵੱਡੇ ਅੱਗੇ ਭੇਟਾ ਧਰੀ ਜਾਂਦੀ ਹੈ। ਗੁਰਮਤ ਦੇ ਕਾਇਦੇ ਵਿੱਚ ਜੇ ਚੱਲਣਾ ਹੈ, ਦਾਤਾਂ ਉਸ ਦੀਆਂ ਨੇ, ਉਸ ਵਿੱਚੋਂ ਕੁਝ ਭੇਟ ਚੜਾਇਆ, ਉਹ ਤਾਂ ਇੱਕ ਆਦਰ ਕੀਤਾ ਹੈ, ਮਾਣ ਕੀਤਾ ਹੈ ਕਿ ਮੈਂ ਅਕਿਰਤ ਕਣ ਨਹੀਂ ਬਣਿਆ, ਤੇਰੀ ਦਾਤ ਤੇਰੇ ਅੱਗੇ ਸਮਰਪਿਤ ਹੈ।
ਗੁਰੂ ਅੱਗੇ ਭਿਖਾਰੀ ਬਣੇ, ਇੱਥੇ ਤ੍ਰਿਕਾਰ ਨਹੀਂ, ਫਿਟਕਾਰ ਨਹੀਂ, ਸਤਕਾਰ ਹੈ, ਮਾਣ ਹੈ, ਅਪਮਾਨ ਨਹੀਂ। ਨਿਰੰਕਾਰ ਦੇ ਦਰ ਦਾ ਭਿਖਾਰੀ ਬਣੇ, ਸਨਮਾਨ ਮਿਲੇਗਾ। ਇੱਥੋਂ ਕਦੀ ਕਿਸੇ ਨੂੰ ਫਿਟਕਾਰਿਆ ਨਹੀਂ ਗਿਆ, ਨਾ ਖਾਲੀ ਹੀ ਮੋੜਿਆ ਗਿਆ ਹੈ। ਤੇ ਜੇ ਤੂੰ ਸਿਆਣਾ ਭਿਖਾਰੀ ਹੋਇਓ, ਤੈਨੂੰ ਇਹ ਵੀ ਪਤਾ ਹੋਵੇਗਾ ਗੁਰੂ ਪਾਸੋਂ ਮੰਗਣਾ ਕੀ ਹੈ, ਫਿਰ ਤਾਂ ਗੱਲ ਬਣ ਗਈ। ਇਹ ਤਾਂ ਜ਼ਿੰਦਗੀ ਦਾ ਬੜਾ ਉੱਤਮ ਕਰਮ ਹੋਵੇਗਾ। ਇਸ ਭਿਖਿਆ ਮੰਗਣ ਨੂੰ ਬਾਣੀ ਅੰਦਰ ਵਡਿਆਇਆ ਗਿਆ ਹੈ। ਕਬੀਰ ਜੀ ਵੀ ਕੋਈ ਦਰ ਦਰ ਮੰਗਣ ਵਾਲੇ ਭਿਖਾਰੀ ਨੂੰ ਸਨਮਾਨ ਨਹੀਂ ਦੇ ਰਹੇ। ਇਹ ਇੱਕ ਭਗਤ ਦੀ ਅਵਸਥਾ ਦਾ ਜ਼ਿਕਰ ਹੈ, ਜਿੱਥੇ ਉਸ ਮਾਲਕ ਅੱਗੇ ਭਿਖਾਰੀ ਬਣ ਗਿਆ। ਸਿਮਰਨ ਤਾਂ ਚੱਲਦਾ ਹੈ। ਆਮ ਭਿਖਾਰੀ ਤਾਂ ਜਿਸ ਦਰ ਤੇ ਮੰਗਣ ਗਿਆ ਹੈ, ਉਹਨਾਂ ਦੀ ਝੋਲੀ ਚੁੱਕਦਾ, ਉਹਨਾਂ ਦੀ ਖੁਸ਼ਾਮਦ ਕਰਦਾ, 2 ਟਕੇ ਦੇ ਦੇਣ, ਮੇਰੀ ਝੋਲੀ ਵਿੱਚ ਕੁਝ ਪਾ ਦੇਣ। ਭਗਤ ਐਸਾ ਨਹੀਂ ਕਰਦਾ। ਇਹੀ ਤਾਂ ਬੁਨਿਆਦੀ ਅੰਤਰ ਹੈ। ਜੋ ਦਰ ਦਰ ਮੰਗਦਾ ਫਿਰਦਾ ਹੈ, ਉਹ ਜਿਸ ਦਰ ਅੱਗੇ ਖੜੋਤਾ ਹੈ ਉਸ ਦੀ ਵਡਿਆਈ ਕਰੇਗਾ, ਉਸ ਦੀ ਖੁਸ਼ਾਮਦ ਕਰੇਗਾ। ਪਲ ਭਰ ਬਾਅਦ ਅਗਲੇ ਦਰਵਾਜ਼ੇ ਤੇ ਖੜੋਤਾ ਹੈ, ਫਿਰ ਉਸ ਦੀ ਵਡਿਆਈ ਕਰੇਗਾ। ਇਸ ਦੀ ਵਡਿਆਈ ਦਾ ਮੁੱਲ 2 ਕੌਡੀ ਨਹੀਂ। ਇਹਨੂੰ ਆਪਣੀ ਭੀਖ ਨਾਲ ਮਤਲਬ ਹੈ। ਬੜੀ ਕਲਿਆਣ ਕਰਦਾ ਹੈ। ਮੰਗਣ ਗਿਆ ਬੰਦਾ ਬੜੀ ਕਲਿਆਣ ਕਰਦਾ ਹੈ। ਅਸੀਂ ਇਸ ਨੂੰ ਵੀ ਕਲਿਆਣ ਆਖਦੇ ਹਾਂ। ਕੀ ਮਰਾਸੀਆਂ ਵਾਲੀ ਕਲਿਆਣ ਸ਼ੁਰੂ ਕੀਤੀ, ਐਵੇਂ ਸਿਫਤਾਂ ਦੇ ਪੁਲ ਬੰਨੀ ਜਾਂਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਦਾ ਵਾਰਤਾਲਾਪ ਇਸ ਪੱਖ ਤੋਂ ਬੜਾ ਸਬਕ ਦੇਣ ਵਾਲਾ ਹੈ। ਸੰਗੀਤ ਦੀ ਦੁਨੀਆ ਦਾ ਮਾਹਿਰ ਭਾਈ ਮਰਦਾਨਾ, ਰਬਾਬ ਦਾ ਉਸਤਾਦ, ਰਾਗ ਤਾਲ ਦਾ ਦਾਨਾ। ਰਬਾਬ ਵਜਾਉਂਦਿਆਂ ਬਾਬਾ ਨਾਨਕ ਨੇ ਸੁਣਿਆ ਤੇ ਪੁੱਛਿਆ, ਕੀ ਕੰਮ ਕਰਨਾ? ਆਖਣ ਲੱਗਾ, ਜੀ ਕਲਿਆਣ ਕਰਨਾ। ਤੂੰ ਰਬਾਬ ਬੜਾ ਚੰਗਾ ਵਜਾਉਣਾ, ਤੇਰਾ ਕਿੱਤਾ ਕੀ ਹੈ? ਇਹ ਜਵਾਬ ਦਿੰਦਾ, ਜੀ ਮੈਂ ਲੋਕਾਂ ਦੀ ਕਲਿਆਣ ਕਰਦਾ। ਸਤਿਗੁਰੂ ਕਹਿਣ ਲੱਗੇ, ਤੇਰਾ ਤੇ ਮੇਰਾ ਕਿੱਤਾ ਤਾਂ ਇੱਕੋ ਹੀ ਹੈ। ਮੈਂ ਵੀ ਲੋਕਾਂ ਦੀ ਕਲਿਆਣ ਕਰਨੀ ਚਾਹੁੰਦਾ, ਤੂੰ ਵੀ ਆਖਣਾ ਲੋਕਾਂ ਦੀ ਕਲਿਆਣ ਕਰਦਾ ਹੈ, ਪਰ ਤੂੰ ਕਿਵੇਂ ਕਰਦਾ ਹੈ? ਇਸ ਨੇ ਆਖਿਆ, ਜੀ ਰਬਾਬ ਵਜਾਨਾ, ਅਮੀਰ ਲੋਕਾਂ ਦੇ ਦੁਆਰ ਤੇ ਵਜਾ ਕੇ ਉਹਨਾਂ ਦੀ ਸਿਫਤ ਗਾ ਦੇਈਦੀ ਹੈ, 4 ਛਿੱਲੜ ਮਿਲ ਜਾਂਦੇ ਨੇ, ਉਹਨਾਂ ਦੀ ਕਲਿਆਣ ਗਾਈਦੀ ਹੈ। ਸਤਿਗੁਰੂ ਕਹਿਣ ਲੱਗੇ, ਲੋਕਾਂ ਦੀ ਕਲਿਆਣ ਗਾਉਣੀ ਨਹੀਂ, ਲੋਕਾਂ ਦੀ ਕਲਿਆਣ ਕਰਨੀ ਹੈ। ਕਲਿਆਣ ਗਾਉਣੀ ਹੈ ਪ੍ਰਭੂ ਦੀ, ਕਰਨੀ ਹੈ ਲੋਕਾਂ ਦੀ। ਭਾਈ ਮਰਦਾਨਾ ਜੀ ਹੈਰਾਨ ਜਿਹੇ ਰਹਿ ਗਏ। ਇਹ ਕਿਹੜੀ ਰਮਜ਼ ਦੀ ਬਾਤ ਹੈ, ਮੇਰੇ ਸਮਝ ਵਿੱਚ ਨਹੀਂ ਆਈ। ਤਾਂ ਬਾਬੇ ਆਖਿਆ, ਸਮਝਣੀ ਥੋੜਾ ਧਿਆਨ ਦੇ, ਬੜੀ ਆਸਾਨ ਹੈ। ਜਿਸ ਨੂੰ ਤੂੰ ਆਖਣਾ ਨਾ ਲੋਕਾਂ ਦੀ ਸਿਫਤ ਗਾਉਣਾ, ਲੋਕਾਂ ਦੀ ਕਲਿਆਣ ਇਸ ਨਾਲ ਨਹੀਂ ਹੁੰਦੀ। ਅਭਿਮਾਨ ਵੱਧਦਾ ਹੈ, ਕਲਿਆਣ ਨਹੀਂ ਹੁੰਦੀ। ਤੇ ਉਹ ਅਭਿਮਾਨ ਵਿੱਚ ਆ ਕੇ ਤੇਰੀ ਝੋਲੀ ਵਿੱਚ 2 ਟਕੇ ਰੱਖ ਦਿੰਦੇ ਹੋਣਗੇ। ਕਲਿਆਣ ਗਾ ਉਸ ਮਾਲਕ ਦੀ, ਪਰਮਾਤਮਾ ਦੀ, ਨਿਰੰਕਾਰ ਦੀ। ਮੈਂ ਕਲਿਆਣ ਗਾਉਂਦਾ ਹਾਂ ਮੈਂ ਵੀ, ਪਰ ਉਸ ਦੀ, ਤੇ ਕਲਿਆਣ ਕਰਦਾ ਹਾਂ ਲੋਕਾਂ ਦੀ। ਉਸ ਦੇ ਜਸ ਨਾਲ ਜੋੜ ਕੇ ਲੋਕਾਂ ਦਾ ਭਲਾ ਕਰ, ਇਹ ਹੈ ਲੋਕਾਂ ਦੀ ਕਲਿਆਣ ਕਰਨੀ। ਭਗਤ ਵੀ ਭਿਖਾਰੀ ਹੈ, ਪਰ ਹੈ ਪਰਮਾਤਮਾ ਦਾ। ਇਸ ਲਈ ਭਗਤ ਕਬੀਰ ਜੀ ਦੇ ਇਸ ਸ਼ਲੋਕ ਨੂੰ ਬਹੁਤ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ। ਜਿੱਥੇ ਹਰੀ ਸਿਮਰਨ ਵਿੱਚ ਦਿਨ ਜਾਂਦਾ ਹੈ, ਉਸ ਭਿਖਿਆ ਦਾ ਜ਼ਿਕਰ ਹੈ। ਤੇ ਇਹ ਸਿਮਰਨ ਕਿਸੇ ਦੁਆਰ ਅੱਗੇ ਖੜੋ ਕੇ ਕਿਸੇ ਨੂੰ ਸੁਣਾਉਣ ਵਾਸਤੇ ਨਹੀਂ, ਇਹ ਯਾਦ ਵਿੱਚ ਵਸ ਗਈ ਹੈ ਉਸ ਪ੍ਰਭੂ ਦੀ ਸਿਫਤ। ਦੂਜਾ ਪੱਖ ਇਸ ਪਾਸਿਓਂ ਦੇਖਣ ਵਾਲਾ ਹੈ।
सतगुरु जी ने खुद आख्या है, मांगना मांगन नीका हर जस गुर ते मांगना। बण मंगता पूरे सतगुरु दा, ते उस दे पासों मंगी की हरि दा जस। हर इक्को दाता मंगीए मन चिंदिया पाईए, जे दूजे पासों मंगीए तां लाज मराईए। समझण वाली गल इन्नी ही है, उस दर दा भिखारी बन, उस दे सिमरन विच जुड़। ते फिर भावें घोड़े हाथी असवारियां होण, झंडे तेरे महलां ते भी झुलदे होण, कबीर जी ने कोई उन्हां झंडियां दी विरोधता नहीं कीती, ना चंगियां सवारियां नूं निंदिया है। क्यों निंदिया जाए? भगत धन्ना जी ने आख्या है, एक ताजन तुरी चंगेरी। चंगी घोड़ी होवे सवारी लई, मैं भी चाहुंदा हां, पर सवाल इन्ना ही है, बेईमानी नाल नहीं। तेरे दर तो मंगदा हां ते किरत करदा हां। ਇਹ ਕਿਰਤ ਕਰਦਿਆਂ ਚੰਗੀਆਂ ਸਵਾਰੀਆਂ, ਚੰਗੇ ਮਹੱਲ, ਘੋੜੇ ਹਾਥੀ, ਕਾਰਾਂ, ਹੈਲੀਕਾਪਟਰ, ਹਵਾਈ ਜਹਾਜ਼ ਜੋ ਮਿਲ ਜਾਏ ਉਹਨਾਂ ਦੇ ਸੁੱਖ ਲਓ, ਫਿਰ ਉਹ ਦੁਖਦਾਈ ਨਹੀਂ ਬਣਨਗੇ। ਲੱਖਾਂ ਝੰਡੇ ਤੇਰੇ ਝੂਲਦੇ ਹੋਣ, ਪਰ ਵੇਖੀ ਨਿਰੰਕਾਰ ਦੇ ਝੰਡੇ ਨੂੰ ਨਾ ਭੁੱਲ ਜਾਈ। ਉਸ ਦਾ ਡੰਡਾ ਵੀ ਵੱਡਾ ਹੀ, ਖੜਕਾ ਵੀ ਨਹੀਂ ਹੁੰਦਾ ਜਦ ਚੋਟ ਲੱਗਦੀ ਏ। ਜੇ ਉਸ ਵੱਲੋਂ ਬੇਮੁਖ ਹੋਇਓ ਤੇ ਪਤਾ ਨਹੀਂ ਕਿਸ ਵੇਲੇ ਕੀ ਹੋਵੇਗਾ। ਤੇ ਆਪਣੇ ਝੰਡੇ ਦਾ ਅਭਿਮਾਨ ਨਾ ਕਰ ਬੈਠੀ। ਇੱਥੇ ਕਈ ਝੰਡੇ ਚਲਾਉਂਦੇ ਹੋਏ ਇਉਂ ਤੁਰ ਗਏ ਕਿ ਅਰਥੀ ਤੇ ਹੀ ਝੰਡੀਆਂ ਲੱਗੀਆਂ ਹੋਈਆਂ ਲੋਕਾਂ ਨੇ ਦੇਖੀਆਂ, ਕਹਾਣੀ ਖਤਮ ਹੋ ਗਈ। ਹੁਣ ਸਵਾਰੀਆਂ ਝੰਡੇ ਕੋਈ ਹਰਜਾ ਨਹੀਂ, ਲੇਕਿਨ ਖਿਆਲ ਰੱਖੀ ਇਹਨਾਂ ਦਾ ਅਹੰਕਾਰ ਨਾ ਕਰ ਬੈਠੀ। ਜੇ ਹੰਕਾਰ ਕਰ ਬੈਠਾ, ਇਸ ਸੁੱਖ ਨੇ ਦੁੱਖ ਵਿੱਚ ਬਦਲ ਜਾਣਾ। ਸਧਾਰਨ ਜ਼ਿੰਦਗੀ ਜਿਉਂਦਾ ਹੋਇਆ ਵੀ ਭਗਵਾਨ ਦੇ ਨਾਮ ਨਾਲ ਜੁੜਿਆ ਰਿਹਾ, ਉਸ ਦਾ ਭਿਖਾਰੀ ਬਣ ਕੇ ਰਿਓ, ਕਿਉਂਕਿ ਸਿਮਰਨ ਉਸ ਦਾ ਕਰਨਾ, ਮੰਗਣਾ ਉਸ ਪਾਸੋਂ ਹੈ। ਤੁਧਨੋਂ ਛੋਟ ਜਾਈਏ ਪ੍ਰਭ ਕਹਿ ਧਰ, ਆਨ ਨਾ ਬੀਆ ਤੇਰੀ ਸਮਸਰ। ਹੋਰ ਕਿੱਧਰ ਜਾਣਾ, ਕਿਹੜਾ ਆਸਰਾ ਹੈ, ਤੇ ਉਸ ਤੋਂ ਮੰਗਣਾ ਤੇਰਾ ਹੱਕ ਹੈ। ਇਸ ਦਾ ਜ਼ਿਕਰ ਕਬੀਰ ਜੀ ਕਰਦੇ ਨੇ ਕਿ ਉਹ ਭਿਖਿਆ ਵੀ ਚੰਗੀ ਹੈ ਜਿਹੜੀ ਹਰੀ ਸਿਮਰਨ ਵਿੱਚ ਦਿਨ ਨੂੰ ਬਿਤਾਏ। ਤੇ ਜੇ ਸਿਮਰਨ ਮਾਲਕ ਦਾ ਭੁੱਲ ਗਿਆ, ਉਸ ਦੀ ਯਾਦ ਵਿਸਰ ਗਈ, ਤੇ ਇਹ ਜਿਹੜੇ ਪਦਾਰਥ ਸੁਖਦਾਈ ਨੇ ਇਹ ਕਦੋਂ ਦੁਖਦਾਈ ਬਣ ਜਾਣ ਕੋਈ ਪਤਾ ਨਹੀਂ। ਕਬੀਰ ਹੈ ਗਏ, ਹੈ ਆਖਦੇ ਨੇ ਘੋੜਿਆਂ ਨੂੰ, ਗਏ ਦਾ ਅਰਥ ਹੈ ਗੱਜ, ਹਾਥੀ। ਸਗਨ ਘਨ ਬਹੁਤ ਸਾਰੇ ਬੇਅੰਤ, ਲੱਖ ਧਜਾ ਫਹਰਾਹੇ, ਤੇ ਲੱਖਾਂ ਝੰਡੇ ਹਵਾ ਵਿੱਚ ਤੇਰੇ ਝੂਲਦੇ ਹੋਣ। ਜਨਕ ਦੇ ਝੂਲਦੇ ਸਨ, ਨਾ ਧਨ ਦੀ ਕਮੀ ਸੀ, ਨਾ ਸਵਾਰੀਆਂ ਦੀ ਕਮੀ ਸੀ, ਨਾ ਮਹਿਲ ਮਾੜੀਆਂ ਦੀ ਕਮੀ ਸੀ। ਪਰ ਜਨਕ ਨੂੰ ਭਾਈ ਗੁਰਦਾਸ ਜੀ ਨੇ ਭਗਤ ਵੱਡਾ ਰਾਜਾ ਜਨਕ ਹੈ, ਕਾਰਨ ਗੁਰਮੁਖ ਮਾਇਆ ਵਿੱਚ ਉਦਾਸੀ, ਇਉਂ ਲਿਖਿਆ ਹੈ। ਕਬੀਰ ਜੀ ਕੋਈ ਖਿਲਾਫ ਨਹੀਂ, ਪਰ ਉਹ ਕਹਿੰਦੇ ਨੇ ਸਿਮਰਨ ਨਾ ਭੁੱਲੇ। ਇਹ ਆ ਸੁੱਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੇ। ਜੇ ਤੇਰੇ ਦਿਨ ਬੀਤਣ ਪ੍ਰਭੂ ਦੇ ਸਿਮਰਨ ਵਿੱਚ, ਉਸ ਦੀ ਯਾਦ ਵਿੱਚ, ਤੇ ਇਹਨਾਂ ਸਵਾਰੀਆਂ ਦੇ ਸੁੱਖਾਂ ਵਿੱਚ ਰੱਬ ਨੂੰ ਭੁਲਾਉਂਦਾ ਹੋਵੇਂ, ਤੇ ਫਿਰ ਇਸ ਨਾਲੋਂ ਭੀਖ ਚੰਗੀ ਉਸ ਮਾਲਕ ਦੇ ਦਰੋਂ ਮੰਗੇ ਜੇ, ਤੇ ਉਸ ਦੇ ਸਿਮਰਨ ਨਾਲ ਜੁੜਿਆ ਰਹੇ, ਉਹਦੀ ਯਾਦ ਤੇਰੇ ਅੰਦਰ ਬਣੀ ਰਹੇ, ਤੇ ਨਾ ਵੀ ਹੋਣ ਮਹਿਲ ਮਾੜੀਆਂ, ਨਾ ਝੂਲਦੇ ਹੋਣ ਝੰਡੇ, ਨਾ ਹੋਣ ਚੰਗੀਆਂ ਅਸਵਾਰੀਆਂ, ਕੋਈ ਹਰਜਾ ਨਹੀਂ। ਪਰ ਤੈਨੂੰ ਅਸਲੀ ਯਾਤਰਾ ਕਰਨ ਦੀ ਜਾਚ ਆ ਗਈ, ਜੀਵਨ ਸਫਲ ਹੈ। 113ਵਾਂ ਸ਼ਲੋਕ ਹੈ, ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਧ ਚੜਾਏ,
कोई काहू को नहीं, सब देखी ठोक बजाए। कबीर जी कहते ने मैं कोई लुक छिप के सर्वे नहीं किया, मैं जो पड़चोल कीती है ते जिस सिट्टे ते पुज्या हाँ ਉਹ ਡੰਕੇ ਦੀ ਚੋਟ ਨਾਲ। ਢੋਲ ਮੋਢੇ ਤੇ ਰੱਖ ਕੇ, ਕੰਧਿਆਂ ਤੇ ਮੋਢਿਆਂ ਤੇ ਢੋਲ ਰੱਖ ਕੇ ਵਜਾਇਆ ਤੇ ਢੋਲ ਤੇ ਡਗਾ ਨਗਰ ਵਿੱਚ ਆ ਕੇ ਉਸ ਵੇਲੇ ਸਰਕਾਰੀ ਕਾਰਿੰਦੇ ਮਾਰਦੇ ਸਨ। ਜਦੋਂ ਨਗਰ ਨੂੰ ਸੂਚਨਾ ਦੇਣੀ ਹੁੰਦੀ ਸੀ ਕੋਈ ਐਲਾਨ ਕਰਨਾ ਹੈ, ਮਤਲਬ ਇਹ ਹੈ ਢੋਲ ਦੀ ਆਵਾਜ਼ ਸੁਣ ਕੇ ਲੋਕ ਇੱਧਰ ਕਨਸਨਟਰੇਟ ਕਰਨ, ਇੱਧਰ ਧਿਆਨ ਦੇਣ ਤੇ ਜੋ ਮੈਂ ਕਹਿਣਾ ਚਾਹੁੰਦਾ ਹਾਂ ਉਹ ਆਖ ਸਕਾਂ ਤੇ ਲੋਕਾਂ ਨੂੰ ਪਤਾ ਲੱਗ ਸਕੇ। ਮਦਾਰੀ ਤਮਾਸ਼ਾ ਬਾਅਦ ਵਿੱਚ ਸ਼ੁਰੂ ਕਰਦਾ, ਪਹਿਲਾਂ ਡੁਗਡੁਗੀ ਵਜਾਉਂਦਾ ਹੈ ਗਲੀ ਵਿੱਚ ਖੜੋ ਕੇ। ਉਸ ਦੀ ਡੁਗਡੁਗੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ। ਫਿਰ ਉਹ ਤਮਾਸ਼ਾ ਸ਼ੁਰੂ ਕਰਦਾ ਹੈ। ਉਸ ਦਾ ਮਤਲਬ ਇਹ ਹੈ ਲੋਕਾਂ ਦਾ ਧਿਆਨ ਖਿੱਚਣਾ ਕਿ ਹਰ ਕੋਈ ਸੁਣ ਲਵੇ। ਕਬੀਰ ਜੀ ਕਹਿੰਦੇ ਨੇ ਮੈਂ ਹਰ ਇੱਕ ਨੂੰ ਚੰਗੀ ਤਰ੍ਹਾਂ ਸਾਵਧਾਨ ਕਰਕੇ ਆਪਣੇ ਮੋਢਿਆਂ ਤੇ ਢੋਲ ਰੱਖ ਕੇ ਵਜਾ ਵਜਾ ਕੇ ਇਹ ਜਹਾਨ ਗਾਹਿਆ ਹੈ। ਜਿੱਥੋਂ ਤੱਕ ਜ਼ਿੰਦਗੀ ਵਿੱਚ ਜਾ ਸਕਿਆ ਗਿਆ ਤੇ ਦਾਲ ਵਿੱਚੋਂ ਜਿਵੇਂ ਦਾਣਾ ਟੋਇਆ ਜਾਏ, ਸੰਸਾਰ ਸਾਰੇ ਦੀ ਹਾਲਤ ਐਸੀ ਹੀ ਹੋਵੇਗੀ। ਮੈਂ ਜੱਗ ਟੋਲਿਆ, ਕਬੀਰ ਸਭ ਜੱਗ ਹੋਂ ਫਿਰਿਓ, ਮਾਂਦਲ ਕੰਧ ਚੜਾਏ। ਮੋਢਿਆਂ ਤੇ ਢੋਲ ਰੱਖ ਕੇ ਵਜਾ ਕੇ ਤੇ ਫਿਰ ਜਗਤ ਗਾਹਿਆ। ਇਹ ਢੋਲ ਕਿਉਂ ਵਜਾਇਆ ਸੀ? ਉਸ ਦੇ ਪਿੱਛੇ ਇੱਕ ਕਾਰਨ ਸੀ। ਸੁਚੇਤ ਕਰਕੇ ਲੋਕਾਂ ਨੂੰ ਇੱਕ ਸਵਾਲ ਪੁੱਛ ਸਕਾਂ, ਕੋਈ ਕਦੀ ਕਿਸੇ ਦਾ ਬਣ ਸਕਿਆ? ਬਣ ਸਕਦਾ? ਬਣ ਸਕੋਗੇ? ਨਾਲ ਨਿਭਿਆ ਕੋਈ? ਚਾਹੇ ਉਹ ਮਹਿਲ ਮਾੜੀਆਂ ਨੇ, ਚਾਹੇ ਸਵਾਰੀਆਂ ਨੇ, ਚਾਹੇ ਰਿਸ਼ਤੇਦਾਰੀਆਂ ਨੇ, ਕੋਈ ਰਿਸ਼ਤਾ ਕਦੀ ਸਾਥ ਨਿਭ ਸਕਿਆ ਹੈ? ਇਹ ਸਵਾਲ ਪਤੀ ਪਤਨੀ ਦਾ ਹੀ ਨਹੀਂ, ਮਾਂ ਬਾਪ, ਧੀਆਂ ਪੁੱਤਰ, ਭੈਣ ਭਾਈ, ਬਾਪ ਦਾਦੇ, ਇਉਂ ਹੀ ਪਦਾਰਥ, ਪਰਿਵਾਰ ਦੇ ਨਾਲ ਪਦਾਰਥ। ਕਿਹੜਾ ਪਦਾਰਥ ਕਦੀ ਕਿਸੇ ਦੇ ਨਾਲ ਗਿਆ ਹੈ? ਕੌਣ ਰਿਸ਼ਤੇਦਾਰ ਕਿਸੇ ਦਾ ਬਣਿਆ ਹੈ? ਕਬੀਰ ਸਭ ਜੱਗ ਹੋਂ ਫਿਰਿਓ, ਮਾਂਦਲ ਕੰਧ ਚੜਾਏ। ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਚਾਹੇ ਰਾਜ ਭਾਗ ਨੇ, ਮਹਿਲ ਮਾੜੀਆਂ ਨੇ, ਕਿ ਸਾਕ ਸੰਬੰਧੀ ਨੇ, ਤੋੜ ਨਿਭਣ ਵਾਲਾ ਸਾਥੀ ਕਿਸੇ ਡਿੱਠਾ ਹੈ ਤੇ ਜਵਾਬ ਵਿੱਚ ਕਿਸੇ ਨੇ ਹਾਂ ਨਹੀਂ ਕੀਤੀ। ਸਾਰੀ ਸ੍ਰਿਸ਼ਟੀ ਜਿਵੇਂ ਮੈਂ ਪਰਖ ਕੇ ਵੇਖ ਲਈ ਹੋਵੇ, ਕੋਈ ਵੀ ਕਿਸੇ ਦਾ ਤੋੜ ਤੱਕ ਨਿਭਣ ਵਾਲਾ ਸਾਥੀ ਨਹੀਂ ਹੈ। ਹਾਂ, ਜ਼ਿੰਦਗੀ ਦੇ ਸਾਥੀ ਜ਼ਰੂਰ ਨੇ। ਇਸ ਦਾ ਭਾਵ ਹਰਗਿਜ਼ ਇਹ ਨਹੀਂ ਕਿ ਸੰਸਾਰ ਦੇ ਰਿਸ਼ਤਿਆਂ ਨੂੰ ਛੱਡ ਦੇਣਾ, ਜਾਂ ਇਹਨਾਂ ਨੂੰ ਨਫ਼ਰਤ ਕਰਨੀ ਹੈ, ਜਾਂ ਜ਼ਿੰਮੇਵਾਰੀਆਂ ਨਹੀਂ ਨਿਭਾਉਣੀਆਂ। ਨਹੀਂ, ਐਸੀ ਬਾਤ ਨਹੀਂ। ਕਬੀਰ ਜੀ ਘਰ ਛੱਡ ਕੇ ਨਹੀਂ ਗਏ, ਪਰਿਵਾਰ ਤਿਆਗਿਆ ਨਹੀਂ, ਲੇਕਿਨ ਉਹਨਾਂ ਦਾ ਭਾਵ ਖਾਸ ਹੈ ਕਿ ਇਹ ਗੱਲ ਪੱਕੀ ਪੱਲੇ ਬੰਨ੍ਹ ਲਓ ਕਿ ਇਹ ਜੀਵਨ ਜਿੰਨੀ ਦੇਰ ਚੱਲ ਰਿਹਾ ਹੈ, ਇਹ ਸੰਗ ਸਾਥ ਉਨੀ ਦੇਰ ਹੈ। ਜ਼ਿੰਦਗੀ ਦੀ ਗੱਡੀ ਚੱਲ ਰਹੀ ਹੈ। ਜਿਸ ਮੁਸਾਫਰ ਦਾ ਜਦ ਸਟੇਸ਼ਨ ਉਤਰਨ ਦਾ ਆ ਗਿਆ, ਉਹਨੇ ਉਤਰ ਜਾਣਾ। ਅਸੀਂ ਸਫ਼ਰ ਕਰਨੇ ਆ, ਟ੍ਰੇਨ ਵਿੱਚ ਕਰੀਏ, ਬੱਸ ਵਿੱਚ ਕਰੀਏ, ਕੋਚ ਤੇ ਕਰੀਏ ਕਿ ਹਵਾਈ ਜਹਾਜ਼ ਤੇ ਕਰੀਏ, ਯਾਤਰਾ ਵਿੱਚ ਇੱਕ ਦੂਜੇ ਨੂੰ ਨਫ਼ਰਤ ਕਰਨ ਦੀ ਤਾਂ ਕੋਈ ਜ਼ਰੂਰਤ ਨਹੀਂ। ਪ੍ਰੇਮ ਨਾਲ ਵਿਚਰਨਾ ਚਾਹੀਦਾ ਹੈ, ਲੇਕਿਨ ਜਿਸ ਦਾ ਉਤਰਨ ਦਾ ਟਿਕਾਣਾ ਜਿੱਥੇ ਆ ਗਿਆ, ਉਸਨੇ ਉਤਰ ਜਾਣਾ ਹੈ। ਤੁਸੀਂ ਨਾਲ ਤਾਂ ਜਾਂਦੇ ਨਹੀਂ।
ਸਾਡਾ ਟਿਕਾਣਾ ਆਏਗਾ, ਅਸੀਂ ਵੀ ਉਤਰ ਜਾਵਾਂਗੇ। ਇਹ ਜ਼ਿੰਦਗੀ ਦੀ ਗੱਡੀ ਉਸ ਵੇਲੇ ਲੀਹ ਤੋਂ ਲੈ ਜਾਣੀ ਹੈ ਸਾਡੀ, ਜਦ ਮੌਕਾ ਆ ਗਿਆ। ਕੋਈ ਕਿਸੇ ਦੇ ਨਾਲ ਨਾ ਜਾ ਸਕਿਆ ਹੈ, ਨਾ ਜਾ ਸਕੇਗਾ। ਇਸ ਵਿੱਚ ਕਿਸੇ ਦਾ ਕੋਈ ਦੋਸ਼ ਵੀ ਨਹੀਂ। ਕਰਤਾਰ ਦੀ ਕੁਦਰਤ ਹੀ ਅਜਿਹੀ ਹੈ। ਸਭ ਕਿਛ ਜੀਵਤ ਕੋ ਵਿਵਹਾਰ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫੈਸਲਾ ਹੈ। ਅਟੱਲ ਸਚਾਈ ਸਾਡੇ ਸਾਹਮਣੇ ਰੱਖੀ ਹੈ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ ਅਰ ਫੁਨ ਗ੍ਰਹਿ ਕੀ ਨਾਰ। ਇਸ ਵਿੱਚ ਕੋਈ ਇਸਤਰੀ ਦੀ ਭੰਡੀ ਨਹੀਂ। ਮਾਂ ਬਾਪ ਭੈਣ ਭਾਈ ਰਿਸ਼ਤੇਦਾਰ ਪਤਨੀ, ਸੁਭਾਵਕ ਹੈ ਪਤੀ ਵੀ। ਇਹ ਸੰਸਾਰ ਦਾ ਰਿਸ਼ਤਾ ਹੈ, ਸੰਸਾਰ ਤੱਕ ਸੀਮਿਤ ਹੈ। ਜਦ ਸਮਾਂ ਆਇਆ ਟੁੱਟ ਜਾਣਾ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ ਅਰ ਫੁਨ ਗ੍ਰਹਿ ਕੀ ਨਾਰ। ਭਾਵੇਂ ਪੁੱਤਰ ਹੈ ਭਾਵੇਂ ਬਾਪ ਹੈ। ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ। ਆਦ ਘਰੀ ਕੋ ਨਹਿ ਰਾਖੈ, ਕਰਤੇ ਦੇਤ ਨਿਕਾਰ। ਇਸ ਸਰੀਰ ਤੋਂ ਪ੍ਰਾਣ ਜਦ ਅਲੱਗ ਹੋ ਗਏ, ਸਭ ਨੇ ਆਖਣਾ ਹੈ ਪ੍ਰੇਤ ਹੈ, ਗੁਜ਼ਰ ਗਿਆ। ਪ੍ਰੇਤ ਦਾ ਮਤਲਬ ਗੁਜ਼ਰ ਗਿਆ, ਬੀਤ ਚੁੱਕੇ ਸਮੇਂ ਦੀ ਕਹਾਣੀ ਹੈ। ਫਿਰ ਘਰ ਰੱਖ ਕੇ ਕਰਨਾ ਵੀ ਕੀ ਹੈ? ਫਿਰ ਤਾਂ ਜਿੱਥੇ ਜਾ ਕੇ ਦਫਨਾਉਣਾ ਜਲਾਉਣਾ ਹੈ ਉੱਥੇ ਪਹੁੰਚਾ ਦਿੰਦੇ ਨੇ। ਇਹ ਸੰਸਾਰ ਦੀ ਇੱਕ ਰੀਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਹੋਰ ਫਰਮਾਨ ਹੈ, ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ। ਦੁੱਖ ਮਹਿ ਸੰਗ ਨਾ ਹੋਈ। ਵੱਡਾ ਦੁੱਖ ਮੌਤ ਦਾ, ਉਸ ਵੇਲੇ ਤਾਂ ਸਾਥ ਟੁੱਟਣਾ ਹੀ ਟੁੱਟਣਾ ਹੈ। ਸੰਸਾਰ ਦੇ ਦੁੱਖ ਵੇਲੇ ਵੀ ਬਹੁਤ ਸਾਰੇ ਸਾਥੀ ਸਾਥ ਛੱਡ ਜਾਂਦੇ ਨੇ। ਕੋਈ ਕਿਸੇ ਹੱਦ ਤੱਕ ਨਿਭਦਾ ਹੈ, ਕੋਈ ਕਿਸੇ ਤੱਕ ਨਿਭਦਾ ਹੈ, ਅੰਤ ਛੱਡ ਜਾਂਦੇ ਨੇ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਜਬ ਹੀ ਨਿਰਧਨ ਦੇਖਿਓ, ਨਰਕੋ ਸੰਗ ਛਾੜ ਸਭ ਭਾਗੇ। ਕਹੋਂ ਕਹਾਂ ਜਾਂ ਮਨ ਬੌਰੇ ਕੋ, ਇਸ ਪਾਗਲ ਮਨ ਨੂੰ ਮੈਂ ਕੀ ਆਖਾਂ। ਇਨ ਸਿਉਨੇ ਹੋ ਲਗਾਇਓ, ਇਧਰ ਹੀ ਮੋਹ ਲਾ ਕੇ ਬੈਠ ਗਿਆ ਹੈ। ਦੀਨਾ ਨਾਥ ਸਕਲ ਭੈ ਭੰਜਨ, ਜਸ ਤਾਕੋ ਬਿਸਰਾਇਓ। ਜਿਹੜਾ ਸਾਰੇ ਅਨਾਥਾਂ ਦਾ ਨਾਥ, ਦੀਨਾਂ ਤੇ ਦਇਆ ਕਰਨ ਵਾਲਾ, ਭੈ ਨਿਵਰਤ ਕਰਨ ਵਾਲਾ, ਉਸ ਦਾ ਜਸ ਭੁਲਾ ਦਿੱਤਾ ਹੈ। ਮਨ ਨੂੰ ਬੜਾ ਸਮਝਾਇਆ, ਪਰ ਇਸ ਦੀ ਹਾਲਤ ਕੈਸੀ ਹੈ। ਸਵਾਨ ਪੂਛ ਜਿਉ ਹੋਏ ਨ ਸੂਧੋ, ਬਹੁਤ ਯਤਨ ਮੈਂ ਕੀਨੋ। ਜਿਵੇਂ ਕੁੱਤੇ ਦੀ ਪੂਛਲ 12 ਸਾਲ ਕਹਿੰਦੇ ਨੇ ਵੰਝਲੀ ਵਿੱਚ ਪਾ ਰੱਖੀ, ਜਦ ਵੰਝਲੀ ਚੋਂ ਕੱਢੀ ਫਿਰ ਵਿੰਗੀ ਦੀ ਵਿੰਗੀ। ਇਹ ਮਨ ਦੀ ਹਾਲਤ ਹੈ। ਬਹੁਤ ਯਤਨ ਮੈਂ ਕੀਨੋ। ਤਰਲਾ ਹੈ ਉਸ ਮਾਲਕ ਅੱਗੇ, ਨਾਨਕ ਲਾਜ ਬਿਰਦ ਕੀ ਰਾਖੋ, ਨਾਮ ਤਿਹਾਰੋ ਲੀਨੋ। ਤੇਰਾ ਨਾਮ ਜਪਨਾ, ਤੇਰੀ ਸ਼ਰਨ ਵਿੱਚ ਹਾਂ, ਤੂੰ ਪਤ ਰੱਖ ਲੈ। ਇਹ ਦੁਨੀਆ ਦੀ ਰੀਤੀ ਹੈ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਕੋਈ ਕਿਸੇ ਦਾ ਸਾਥੀ ਬਣ ਸਕਿਆ ਨਹੀਂ, ਤੋੜ ਨਿਭਣ ਵਾਲਾ ਨਹੀਂ। ਸੰਸਾਰ ਵਿੱਚ ਵਿਚਰ ਰਹੇ ਹਾਂ, ਇੱਥੇ ਨਾਮ ਦੇ ਮੋਤੀ ਵੀ ਹਨ, ਬੜੇ ਮੋਤੀ ਹਨ, ਪਰ ਪਾਰਖੂ ਹੋਣਾ ਤੇ ਅੱਖ ਵਾਲਾ ਹੋਣਾ ਜ਼ਰੂਰੀ ਹੈ। ਕਬੀਰ ਜੀ ਕਹਿੰਦੇ ਹਨ, ਮਾਰਿਗ ਮੋਤੀ ਬੀਥਰੇ, ਅੰਧਾ ਨਿਕਸਿਓ ਆਏ। ਜੋਤ ਬਿਨਾ ਜਗਦੀਸ਼ ਕੀ, ਜਗਤ ਉਲੰਘੇ ਜਾਏ। ਜਿਵੇਂ ਮੋਤੀ ਤਾਂ ਖਿਲਰੇ ਪਏ ਹੋਣ, ਖਿਲਰਿਆਂ ਨੂੰ ਚੁਗਣ ਵਾਸਤੇ ਤਾਂ ਖਰਚਾ ਵੀ ਨਹੀਂ ਕੁਝ ਕਰਨਾ ਪੈਂਦਾ, ਪਏ ਚੁੱਕ ਲੈਣੇ ਨੇ, ਖਿਲਰੇ ਪਏ ਨੇ। ਰੱਬੀ ਗੁਣ ਸੰਸਾਰ ਵਿੱਚ ਖਿਲਰੇ ਪਏ ਨੇ, ਕੇਵਲ ਅੱਖਾਂ ਦੀ ਜ਼ਰੂਰਤ ਹੈ।
ਧਿਆਨ ਨਾਲ ਦੇਖੋਗੇ ਤਾਂ ਸ੍ਰਿਸ਼ਟੀ ਦੇ ਕਣ ਕਣ ਵਿੱਚ ਪ੍ਰਮਾਤਮਾ ਦੇ ਗੁਣ ਹਨ। ਇੱਕ ਬੂਟੇ ਦੇ ਪਾਸ ਵੀ ਕਦੀ ਸੁਰਤ ਲਗਾ ਕੇ ਬੈਠ ਜਾਓ, ਇੱਕ ਬੂਟੇ ਵਿੱਚੋਂ ਅਨੇਕਾਂ ਰੱਬੀ ਗੁਣਾਂ ਦੀ ਝਲਕ ਮਿਲੇਗੀ, ਕੁਰਬਾਨ ਜਾਓਗੇ। ਕੁਦਰਤ ਨੂੰ ਦੇਖਣ ਦੀ ਜਾਚ ਜਿਨ੍ਹਾਂ ਨੂੰ ਆ ਗਈ, ਉਹ ਹਰ ਵੇਲੇ ਰੱਬੀ ਮੋਤੀ ਚੁਗਦੇ ਨੇ। ਉਸ ਦੇ ਗੁਣਾਂ ਦੇ ਮੋਤੀ ਥਾਂ ਥਾਂ ਖਿਲਰੇ ਪਏ ਨੇ। ਆਕਾਸ਼ ਵੱਲ ਦੇਖੋਗੇ, ਤਾਰਿਆਂ ਨੂੰ ਤੱਕੋਗੇ। ਕਬੀਰ ਜੀ ਨੇ ਆਖਿਆ ਹੈ, ਓਏ ਜੋ ਦੀਸਹਿ ਅੰਬਰ ਤਾਰੇ, ਕੇਨੋ ਓਏ ਚੀਤੇ ਚੀਤਨ ਹਾਰੇ। ਇਹ ਚਿੱਤਰਕਾਰੀ ਕਿਸਨੇ ਕਰ ਦਿੱਤੀ ਹੈ? ਕੋਹਰੇ ਪੰਡਿਤ ਅੰਬਰ ਕਾਸਿਓ ਲਾਗਾ। ਇਹ ਅੰਬਰ ਕਾਹਦੇ ਨਾਲ ਜੁੜਿਆ ਹੋਇਆ ਹੈ? ਬੂਝੈ ਬੂਝਨਹਾਰ ਸੁਭਾਗਾ। ਇਹ ਸਧਾਰਨ ਵਿਦਿਆ ਦੀਆਂ ਚਤੁਰਾਈਆਂ ਦੀਆਂ ਗੱਲਾਂ ਨਹੀਂ, ਇਹ ਧਿਆਨ ਦੇ ਗਿਆਨ ਦੀਆਂ ਬਾਤਾਂ ਹਨ। ਪਰ ਅਸੀਂ ਨੇਤਰ ਖੋਲੇ ਹੀ ਨਾ। ਜਿਵੇਂ ਮੋਤੀ ਬਿਖਰੇ ਹੋਏ ਪਰ ਨੇਤਰਹੀਣ ਵਿਅਕਤੀ ਲੰਘ ਗਿਆ, ਉਸਨੇ ਡਿੱਠੇ ਨਹੀਂ। ਸਾਨੂੰ ਰੱਬ ਨੇ ਸੁਰਤ ਦੀ ਅੱਖ ਬਦਲ ਦਿੱਤੀ ਏ, ਪਰ ਅਸੀਂ ਜਾਣ ਬੁੱਝ ਕੇ ਜਿਵੇਂ ਬੰਦ ਕਰ ਲਈ ਹੋਵੇ ਖੋਲਦੇ ਹੀ ਨਹੀਂ। ਅੱਖਾਂ ਖੋਲ ਕੇ ਤੱਕਦਾ ਕੌਣ ਹੈ? ਨਹੀਂ ਤਾਂ ਸਤਿਗੁਰੂ ਜੀ ਨੂੰ ਇੰਜ ਨਾ ਆਖਣਾ ਪੈਂਦਾ, ਦੇਖੋ ਪਸਾਰ ਨੈਣ। ਅੱਖਾਂ ਚੰਗੀ ਤਰ੍ਹਾਂ ਖੋਲ ਕੇ ਦੇਖ, ਕੰਨ ਚੰਗੀ ਤਰ੍ਹਾਂ ਖੋਲ ਕੇ ਸਾਧੂ ਦੇ ਬਚਨ ਸੁਣ। ਦੇਖੋ ਪਸਾਰ ਨੈਣ, ਸੁਨੋ ਸਾਧੂ ਕੇ ਬੈਨ। ਪ੍ਰਾਨ ਪਤ ਚਿਤ ਰਾਖ ਸਗਲ ਹੈ ਮਰਨਾ। ਇੱਥੇ ਅੰਧੇ ਤੋਂ ਭਾਵ ਉਸ ਮਨੁੱਖ ਦਾ ਨਹੀਂ ਜਿਸ ਦੇ ਨੇਤਰ ਸਰੀਰਕ ਤੌਰ ਤੇ ਨਾ ਹੋਣ। ਕਿਸੇ ਨਾਲ ਵੀ ਇਹ ਘਟਨਾ ਵਰਤ ਸਕਦੀ ਹੈ। ਇਸ ਲਈ ਸਤਿਗੁਰੂ ਜੀ ਨੇ ਫੈਸਲਾ ਇਹ ਦਿੱਤਾ ਹੈ, ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾਹੇ। ਅੰਧੇ ਸੇਈ ਨਾਨਕਾ ਖਸਮੋਂ ਕੁੱਥੇ ਜਾਏ। ਸਤਿਗੁਰੂ ਜੀ ਨੇ ਆਖਿਆ, ਭਲਿਆ ਲੋਕਾ ਤੂੰ ਸੁਜਾਖਾ ਬਣ ਸਕਣਾ। ਜੇ ਸੁਜਾਖਾ ਬਣ ਗਿਓ ਤੈਨੂੰ ਪਹਿਚਾਣ ਵੀ ਆ ਜਾਏਗੀ। ਗੁਣ ਉਹਦੇ ਬਿਖਰੇ ਪਏ ਨੇ। ਕਬੀਰ ਜੀ ਕਹਿੰਦੇ ਨੇ, ਮਾਰਗ ਮੋਤੀ ਬਿਖਰੇ। ਤੇਰੀ ਜ਼ਿੰਦਗੀ ਦੇ ਰਾਹ ਵਿੱਚ ਮੋਤੀ ਬਿਖਰੇ ਪਏ ਨੇ। ਬਸੰਤ ਰਾਗ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 2 ਪੰਕਤੀਆਂ ਲਿਖੀਆਂ। ਗੁਣ ਨਾਨਕ ਬੋਲੇ ਭਲੀ ਬਾਣ, ਤੁਮ ਹੋ ਸੁਜਾਖੇ ਲਿਹੋ ਪਛਾਣ। ਮੈਂ ਜੋ ਬਾਣੀ ਬੋਲਦਾ ਹਾਂ, ਰੱਬੀ ਗੁਣਾਂ ਦਾ ਮੁਜੱਸਮਾ ਹੈ। ਅੱਖਾਂ ਤਾਂ ਖੋਲ, ਇਹ ਕੰਮ ਤਾਂ ਤੈਨੂੰ ਕਰਨਾ ਹੀ ਪਏਗਾ। ਸੁਜਾਖਾ ਹੋ, ਪਹਿਚਾਣ ਲੈ। ਅੱਖਾਂ ਹੁੰਦਿਆਂ ਵੀ ਅਸੀਂ ਅੰਧੇ ਹਾਂ। ਜਿਸ ਵੇਲੇ ਮਨ ਅੰਦਰ ਮਾਲਕ ਦੇ ਥਾਂ ਕੇਵਲ ਮਾਇਆ ਧਾਰਨ ਕਰ ਲਈ, ਅੰਨੇ ਵੀ ਹੋ ਗਏ, ਬੋਲੇ ਵੀ। ਨਾ ਸ਼ਬਦ ਸੁਣਦੇ ਹਾਂ, ਨਾ ਸਮਝਦੇ ਹਾਂ, ਨਾ ਕਮਾਉਂਦੇ ਹਾਂ। ਸ਼ਬਦ ਨਾ ਜਾਣੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਉਹ ਕਾਹਦੇ ਸੰਸਾਰ ਤੇ ਆਏ ਤੇ ਕਾਹਦੇ ਨਾ ਆਏ। ਇਹੋ ਜਗ ਅੰਧਾ ਸਭ ਅੰਧ ਕਮਾਵੇ, ਬਿਨ ਗੁਰ ਮਗ ਨਾ ਪਾਏ। ਨਾਨਕ ਸਤਿਗੁਰ ਮਿਲੈ ਤਾਂ ਅੱਖੀਂ ਵੇਖੈ, ਘਰੈ ਅੰਦਰ ਸੱਚ ਪਾਏ। ਜੇ ਸਤਿਗੁਰੂ ਦਾ ਮਿਲਾਪ ਹਾਸਲ ਕਰ ਲਿਆ, ਗੁਰੂ ਦੀ ਮੱਤ ਪੱਲੇ ਬੰਨ ਲਈ, ਤਾਂ ਅੰਦਰੋਂ ਹੀ ਉਸ ਸੱਚ ਦੇ ਦੀਦਾਰ ਹੋ ਗਏ। ਸੁਰਤ ਦੇ ਨੇਤਰ ਖੋਲ ਕੇ ਦੇਖ ਲਿਆ। ਸਤਿਗੁਰੂ ਕਹਿੰਦੇ ਨੇ, ਪਹਿਲਾਂ ਤਾਂ ਇਸ ਗੱਲ ਨੂੰ ਮੰਨ ਲੈ ਕਿ ਤੂੰ ਨੇਤਰ ਖੋਲੇ ਨਹੀਂ, ਅੰਧਾ ਬਣਿਆ ਹੋਇਆ ਹੈ। ਦੇਖਦਿਆਂ ਸੁਣਦਿਆਂ ਅੰਧਾ ਬੋਲਾ ਹੈ। ਪੇਖਤ ਚਾਖਤ ਕਹੀਅਤ ਅੰਧਾ, ਸੁਨੀਅਤ ਸੁਣੀਏ ਨਾਹੀ। ਨਿਕਟ ਵਸਤ ਕੋ ਜਾਣੈ ਦੂਰੇ, ਪਾਪੀ ਪਾਪ ਕਮਾਹੀ। ਇਸ ਅੰਧੇਪਣ ਦਾ ਜ਼ਿਕਰ ਕਬੀਰ ਜੀ ਕਰ ਰਹੇ ਨੇ। ਅੰਧਾ ਸੋਏ ਜੇ ਅੰਧ ਕਮਾਵੇ, ਤਿਸ ਹਿਰਦੈ ਸੇ ਲੋਚਨ ਨਾਹੀ। ਸਰੀਰ ਦੇ ਲੋਚਨ ਅੱਖਾਂ ਦੀ ਗੱਲ ਨਹੀਂ, ਤਿਸ ਹਿਰਦੈ ਸੇ ਲੋਚਨ ਨਾਹੀ।
ਉਹਦੇ ਹਿਰਦੇ ਦੀ ਅੱਖ ਨਹੀਂ ਹੈ, ਭਾਵ ਉਹਨੇ ਖੋਲ੍ਹੀ ਨਹੀਂ। ਜੇ ਨਾ ਖੋਲੋ ਤਾਂ ਅੱਖ ਦਾ ਅਰਥ ਕੀ ਰਹਿ ਜਾਂਦਾ ਹੈ? ਇਸ ਗੱਲ ਨੂੰ ਧਿਆਨ ਵਿੱਚ ਲਿਆ ਕੇ ਭਗਵਾਨ ਨੂੰ ਆਰਾਧਨ ਦੀ ਜ਼ਰੂਰਤ ਹੈ। ਜੇ ਅਹਿਸਾਸ ਹੋ ਜਾਏ ਕਿ ਮੇਰਾ ਮਨ ਸੱਤ ਵੀ ਨਹੀਂ ਦੇਖਦਾ ਤਾਂ ਇੱਕ ਕੰਮ ਕਰ ਲਈ। ਪਤਾ ਹੈ ਮੇਰੇ ਨੇਤਰ ਨਹੀਂ ਕੰਮ ਕਰਦੇ, ਸੁਜਾਖੇ ਦੀ ਉਂਗਲੀ ਪਕੜ ਲਓ, ਹੱਥ ਫੜ ਲਓ, ਮਾਰਗ ਤੇ ਚੱਲਣਾ ਆਸਾਨ ਹੋ ਜਾਏਗਾ। ਮੰਜ਼ਿਲ ਤੇ ਬਿਨਾਂ ਭਟਕਿਆਂ ਤੇ ਬਿਨਾਂ ਠੋਕਰਾਂ ਖਾਣ ਤੋਂ ਪਹੁੰਚ ਜਾਓਗੇ। ਕੋਈ ਟੋਹਣੀ ਤਾਂ ਚਾਹੀਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਅਰਦਾਸ ਹੀ ਇਸ ਰੂਪ ਵਿੱਚ ਲਿਖੀ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲਹਿ ਮਾਰਗ ਪੰਥਾ। ਮੈਂ ਕਿਵੇਂ ਰਾਹ ਤੇ ਚੱਲ ਸਕਦਾ? ਤੇ ਨਾਲ ਅਰਦਾਸ ਵਿੱਚ ਮੰਗਿਆ ਕਿ ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚੱਲਹਿ ਮਿਲੰਥਾ। ਇੱਥੇ ਸ਼ਬਦ ਜਾ ਕੇ ਸੰਪੂਰਨ ਕੀਤਾ। ਜਿਨ੍ਹਾਂ ਗੁਰੂ ਦਾ ਪੱਲਾ ਪਕੜ ਲਿਆ ਉਹਨਾਂ ਨੂੰ ਮੋਤੀ ਚੁਗਣ ਦੀ ਜਾਚ ਆ ਗਈ। ਉਹਨਾਂ ਦੇ ਨੇਤਰ ਗੁਰੂ ਨੇ ਗਿਆਨ ਦਾ ਅੰਜਨ ਪਾ ਕੇ ਖੋਲ ਦਿੱਤੇ। ਪਰ ਰਸਤੇ ਵਿੱਚ ਬਿਖਰੇ ਹੋਣ ਮੋਤੀ ਔਰ ਆਦਮੀ ਚੁਗੇ ਨਾ ਤਾਂ ਅੰਧਾ ਹੈ। ਕੁਦਰਤ ਵਿੱਚ ਪ੍ਰਮਾਤਮਾ ਦੇ ਗੁਣ ਵਰਤ ਰਹੇ ਹਨ, ਮੋਤੀ ਖਿਲਰੇ ਪਏ ਨੇ। ਇਸ ਜ਼ਿੰਦਗੀ ਦੇ ਸਫ਼ਰ ਵਿੱਚ ਚੁਗਣ ਵਾਲਾ ਬਣ, ਅੰਧਾ ਬਣ ਕੇ ਜੀਵਨ ਨਾ ਕੱਟ ਜਾਈਂ। ਤੂੰ ਪੈਰਾਂ ਹੇਠ ਲਿਤਾੜ ਕੇ ਮੋਤੀਆਂ ਨੂੰ ਲੰਘਦਾ ਜਾ ਰਿਹਾ ਹੈ। ਇਸ ਤੋਂ ਵੱਡੀ ਹੋਰ ਬਦਕਿਸਮਤੀ ਕੀ ਹੋਵੇਗੀ? ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਹ ਜਗਤ ਇਹਨਾਂ ਮੋਤੀਆਂ ਨੂੰ ਪੈਰਾਂ ਹੇਠ ਲਿਤਾੜ ਕੇ ਤੁਰਿਆ ਜਾ ਰਿਹਾ ਹੈ, ਪ੍ਰਭੂ ਦੀ ਬਖਸ਼ੀ ਗਿਆਨ ਦੀ ਜੋਤ ਤੋਂ ਖਾਲੀ ਹੋਣ ਦੇ ਕਾਰਨ। 115ਵੇਂ ਸ਼ਲੋਕ ਅੰਦਰ ਮਨ ਦੀ ਇਸੇ ਅਵਸਥਾ ਨੂੰ ਭਗਤ ਕਬੀਰ ਜੀ ਨੇ ਹੋਰ ਬਿਆਨਿਆ ਹੈ। ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ। ਅਸੀਂ ਬਹੁਤ ਵਾਰੀ ਅਰਥਾਂ ਦੇ ਥਾਂ ਕਹਾਣੀਆਂ ਵੱਲ ਜ਼ੋਰ ਦੇ ਲੈਂਦੇ ਹਾਂ ਤੇ ਉਹ ਵੀ ਇੰਨੀਆਂ ਮਨ ਘੜਤ ਕਹਾਣੀ ਹੁੰਦੀ ਮਨ ਘੜਤ ਹੈ। ਪਰ ਜੇ ਉਪਦੇਸ਼ ਦੇਣ ਵਾਲੀ ਹੋਵੇ ਗੱਲ ਚੰਗੀ ਹੈ, ਬੁਰੀ ਨਹੀਂ। ਪਰ ਉਸ ਕਹਾਣੀ ਨੂੰ ਹਿਸਟਰੀ ਬਣਾ ਕੇ ਜਿਸ ਵੇਲੇ ਰੱਖ ਦਿੰਦੇ ਹਾਂ, ਸੋਚਦੇ ਹੀ ਨਹੀਂ ਕਿ ਇਸ ਵਿੱਚ ਭਗਤ ਜੀ ਦਾ, ਗੁਰੂ ਸਾਹਿਬਾਨ ਦਾ, ਬੰਦਗੀਵਾਨਾਂ ਦਾ ਕਿਧਰੇ ਨਿਰਾਦਰਤਾ ਨਹੀਂ। ਸਾਡੀ ਘੜੀ ਹੋਈ ਕਹਾਣੀ ਇਹ ਗੁਰਮਤ ਦਾ ਪ੍ਰਚਾਰ ਕਰਨ ਦੇ ਥਾਂ ਕਿਧਰੇ ਉਲਟ ਤਾਂ ਨਹੀਂ ਲੈ ਜਾ ਰਹੀ। ਇਸ ਸ਼ਲੋਕ ਨਾਲ ਵੀ ਕਈਆਂ ਭੁਲੇਖੇ ਵਿੱਚ ਐਸਾ ਕੀਤਾ ਹੈ ਕਿ ਭਗਤ ਕਬੀਰ ਜੀ ਦਾ ਪੁੱਤਰ, ਜਿਸ ਦਾ ਨਾਮ ਕਮਾਲ ਸੀ, ਉਹ ਲਾਲਚ ਵਿੱਚ ਫਸ ਕੇ ਕੁਝ ਮਾਲ ਘਰ ਲੈ ਆਇਆ। ਕਬੀਰ ਜੀ ਨੇ ਉਸ ਦੀ ਨਿਖੇਧੀ ਕੀਤੀ ਤਾਂ ਇਹ ਸ਼ਲੋਕ ਉਚਾਰਿਆ। ਗੱਲ ਇੰਜ ਨਹੀਂ। ਇਹ ਪੁੱਤਰ ਕਮਾਲ ਦੀ ਗੱਲ ਕਰਨ ਵਾਲਾ ਜਿਹੜਾ ਇਹ ਮਨ ਹੈ ਤੇ ਬੰਸ ਹੈ ਸਾਰੇ ਇੰਦਰੀਆਂ। ਜੋ ਸਾਡੇ ਇੰਦਰੇ ਨੇ ਇਹ ਸਾਰਾ ਕੁਟੰਬ ਕਬੀਲਾ ਹੈ। ਇਹ ਮਨ ਦਾ ਪੁੱਤਰ ਐਸਾ ਉਪਜਿਆ, ਇਹਨੇ ਸਿਮਰਨ ਛੱਡ ਦਿੱਤਾ ਤੇ ਕੇਵਲ ਦੌਲਤ ਦੁਨੀਆ ਦੀ ਜਿਹੜੀ ਨਾਲ ਨਿਭਣ ਵਾਲੀ ਨਹੀਂ, ਮਾਇਆ ਦੇ ਮੋਹ ਵਿੱਚ ਗਰਸਿਆ ਗਿਆ। ਗੱਲ ਇੰਨੀ ਹੈ। ਪਹਿਲੇ ਜਿਹੜੇ ਸ਼ਲੋਕ ਆਏ ਨੇ ਉਹਨਾਂ ਵਿੱਚ ਸਪਸ਼ਟ ਜ਼ਿਕਰ ਹੈ, ਹਾਥੀ ਘੋੜੇ ਸਵਾਰੀਆਂ ਮਹਿਲ ਮਾੜੀਆਂ ਦੁਨੀਆ ਦੇ ਰਿਸ਼ਤੇ। ਕਬੀਰ ਜੀ ਕਹਿੰਦੇ ਨੇ ਠੋਕ ਵਜਾ ਕੇ ਦੇਖ ਲੈ, ਸਾਥੀ ਕੋਈ ਨਹੀਂ। ਪਰ ਅਸੀਂ ਕਈ ਵਾਰੀ ਕਮਾਲ ਸ਼ਬਦ ਨੂੰ ਦੋ ਰੂਪਾਂ ਵਿੱਚ ਵਰਤਦੇ ਹਾਂ। ਜਾਂ ਤਾਂ ਕੋਈ ਬਹੁਤ ਹੀ ਵਧੀਆ ਕੰਮ ਕਰ ਦੇਵੇ ਤੇ ਆਖਦੇ ਹਾਂ ਇਸਨੇ ਕਮਾਲ ਕਰ ਦਿੱਤੀ, ਤੇ ਜਾਂ ਕੋਈ ਬਹੁਤ ਡਿੱਗ ਪਏ, ਨਿਕੰਮੀ ਗੱਲ ਕਰ ਦੇਵੇ, ਉਸ ਨੂੰ ਵੀ ਆਖੀਦਾ ਤੂੰ ਵੀ ਕਮਾਲ ਕਰ ਦਿੱਤੀ। ਇਹ ਕੋਈ ਕਰਨ ਵਾਲੀ ਗੱਲ ਸੀ? ਇਹ ਕੋਈ ਕਰਨ ਵਾਲਾ ਕੰਮ ਸੀ? ਕੁਝ ਤਾਂ ਸੋਚ ਦੋ। ਇਹ ਐਸੇ ਅਰਥਾਂ ਵਿੱਚ ਵਰਤਿਆ ਗਿਆ ਸ਼ਬਦ ਹੈ। ਇਹ ਨਲਾਇਕ ਮਨ ਨੇ ਅਜੀਬ ਜਿਹਾ ਹੀ ਖੇਡ ਕਰ ਦਿੱਤਾ।
कि सब कुछ वेख के भी समझिया नहीं, ਇੰਨੀ ਨੀਵੀਂ ਅਵਸਥਾ 'ਚ ਪਹੁੰਚ ਗਿਆ ਕਿ ਪ੍ਰਭੂ ਦਾ ਸਿਮਰਨ ਛੱਡ ਕੇ ਮਾਇਆ ਦਾ ਮੋਹ ਅੰਦਰ ਵਸਾ ਕੇ ਬੈਠ ਗਿਆ ਹੈ। ਨਤੀਜਾ ਇਹ ਹੋਇਆ ਕਿ ਕਬੀਰ ਜੀ ਕਹਿੰਦੇ ਨੇ ਸਾਰਾ ਹੀ ਟੱਬਰ, ਅੱਖਾਂ, ਨੱਕ, ਕੰਨ, ਚਮੜੀ, ਜ਼ੁਬਾਨ, ਸਭ ਇੰਦਰੇ, ਸਾਰਾ ਟੱਬਰ ਹੀ ਡੁੱਬ ਗਿਆ। ਜਦੋਂ ਮਨ ਡੁੱਬ ਜਾਏ ਤੇ ਸਰੀਰ ਦੀਆਂ ਇੰਦਰੀਆਂ ਦੇ ਡੁੱਬਦਿਆਂ ਕੋਈ ਦੇਰ ਥੋੜ੍ਹੀ ਲੱਗਦੀ ਹੈ, ਤਨ ਡੁੱਬ ਹੀ ਜਾਂਦਾ ਹੈ। ਮਨ ਵਿੱਚ ਵਿਕਾਰ ਪ੍ਰਧਾਨ ਹੋ ਜਾਣ, ਨਿਰੰਕਾਰ ਭੁੱਲ ਜਾਏ ਤੇ ਸਾਡੇ ਇੰਦਰੀਆਂ ਦੇ ਕਰਮ ਵਿੱਚੋਂ ਨਿਰੰਕਾਰ ਦੀ ਝਲਕ ਤੇ ਰੱਬੀ ਰਸ ਕਿਵੇਂ ਹੋ ਸਕਦਾ ਹੈ। ਕਬੀਰ ਜੀ ਨੇ ਇਸ ਸੰਦਰਭ ਵਿੱਚ ਮਨ ਦੀ ਇਸ ਅਵਸਥਾ ਦਾ ਜ਼ਿਕਰ ਕੀਤਾ ਹੈ ਕਿ ਡੁੱਬ ਗਿਆ ਇਹ ਬੰਸ ਕਬੀਰ ਦਾ, ਕਮਾਲ ਦਾ ਪੁੱਤਰ ਉਪਜਿਆ, ਇਹਨੇ ਹੱਦ ਕਰ ਦਿੱਤੀ, ਹਰੀ ਦਾ ਸਿਮਰਨ ਛੱਡ ਕੇ ਮੋਹ ਮਾਇਆ ਦੇ ਮਾਲ ਵਿੱਚ ਗਰਸਿਆ ਗਿਆ। ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਇਸ ਦੀ ਅਵਸਥਾ ਕੁਝ ਇਸ ਤਰ੍ਹਾਂ ਦੀ ਬਣ ਗਈ ਕਿ ਸਾਕਤ ਹੀ ਹੋ ਨਿਬੜਿਆ। ਅੰਮ੍ਰਿਤ ਕੌਰਾ ਬਿਖਿਆ ਮੀਠੀ, ਸਾਕਤ ਕੀ ਬਿਦ ਨੈਨੋ ਡੀਠੀ। ਕੂੜ ਕਪਟ ਅਹੰਕਾਰ ਰੀਝਾਨਾ, ਨਾਮ ਸੁਨਤ ਜਨ ਬਿੱਛੂ ਡਸਾਨਾ। ਰੱਬ ਦੀ ਗੱਲ ਆਵੇ ਤੇ ਜਿਵੇਂ ਬਿੱਛੂ ਡੰਗ ਮਾਰਦਾ ਹੈ ਉਧਰੋਂ ਦੌੜਦਾ ਹੈ, ਤੇ ਜੇ ਕਿਧਰੇ ਕੂੜ ਕਪਟ ਦੀ ਗੱਲ ਹੋਵੇ, ਹੰਕਾਰ ਦੀ ਹੋਵੇ, ਉਧਰ ਰੀਝਦਾ ਹੈ। ਜਦੋਂ ਮਨ ਇਸ ਤਰ੍ਹਾਂ ਦੀ ਅਵਸਥਾ 'ਚ ਪਹੁੰਚ ਜਾਏ ਤਾਂ ਇੰਦਰੀਆਂ, ਸਰੀਰ ਦੀਆਂ, ਸਾਰਾ ਪਰਿਵਾਰ ਡੁੱਬ ਗਿਆ। ਵਾਹਿਗੁਰੂ ਬਚਾਵੇ, ਅਸੀਂ ਸਿਮਰਨ ਨਾ ਛੱਡ ਬੈਠੀਏ, ਮਾਲਕ ਦੀ ਯਾਦ ਨਾ ਭੁਲਾ ਬੈਠੀਏ। ਦਰਅਸਲ ਕਬੀਰ ਸਾਹਿਬ ਸਾਨੂੰ ਇਹੀ ਉਪਦੇਸ਼ ਬਖਸ਼ ਰਹੇ ਹਨ। ਅਰਦਾਸ ਹੈ ਵਾਹਿਗੁਰੂ ਕਿਰਪਾ ਕਰੇ ਇਹ ਜੋ ਉਪਦੇਸ਼ ਅਸੀਂ ਪੜ੍ਹਦੇ, ਸੁਣਦੇ, ਵਿਚਾਰਦੇ ਹਾਂ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਸਕੇ ਤੇ ਨਾਮ ਪਿਆਰਾ ਲੱਗਣ ਲੱਗ ਪਵੇ। ਮਾਲਕ ਦੀ ਯਾਦ ਜਿਸ ਨੇ ਮਨੁੱਖਾ ਜ਼ਿੰਦਗੀ ਦਿੱਤੀ ਹੈ, ਅਨੰਤ ਦਾਤਾਂ ਬਖਸ਼ੀਆਂ ਨੇ, ਜਿਸ ਦੀਆਂ ਰਹਿਮਤਾਂ ਦਾ ਕੋਈ ਪਾਰਾਵਾਰ ਹੀ ਨਹੀਂ, ਉਸ ਦੇ ਪਿਆਰ ਵਿੱਚ ਲੀਨ ਹੋ ਸਕੀਏ ਤੇ ਜੀਵਨ ਸਫਲ ਬਣੇ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।